ਹੈਲੋ एवरीवन CBC ਦੇ ऑफिशियल YouTube ਚੈਨਲ ਦੇ ਉੱਪਰ ਮੈਂ ਤੁਹਾਡਾ ਆਪਣਾ ਰਵੀ ਸਰ ਸਾਰਿਆਂ ਦਾ ਸਵਾਗਤ ਕਰਦਾ ਇੱਕ ਵਾਰ ਅੱਜ ਤੋਂ ਫਿਰ ਅਸੀਂ ਕਰੰਟ ਅਫੇਅਰ ਦਾ ਨਵਾਂ ਜਿਹੜਾ ਚੈਪਟਰ ਹੈ ਉਸ ਨੂੰ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦੇ ਅਸੀਂ ਕਰੰਟ ਅਫੇਅਰ ਦੇ ਵਿੱਚ ਵੇਖਾਂਗੇ 8 ਅਕਤੂਬਰ ਦੇ ਕਰੰਟ ਅਫੇਅਰ, ਜਿਸ ਦੇ ਵਿੱਚ ਇਹ ਤੁਹਾਨੂੰ ਸਾਰੇ ਜਿੰਨੇ ਵੀ ਐਗਜ਼ਾਮ ਤੁਹਾਡੇ ਆਉਣ ਵਾਲੇ ਨੇ ਪੰਜਾਬ ਦੇ ਸਾਰੇ ਪੇਪਰਾਂ ਲਈ ਤੁਹਾਨੂੰ ਕਾफ़ी ਇਹਦੇ ਵਿੱਚ ਮੈਂ ਡੈਪਥ ਦੇ ਵਿੱਚ ਜਿਹੜਾ ਤੁਹਾਨੂੰ ਸਮਝਾ ਰਿਹਾ ਸਾਰਾ, ਅਤੇ ਉਸ ਦੇ ਵਿੱਚ ਤੁਹਾਨੂੰ ਕੰਮ ਵੀ ਆਉਣਗੇ ਸਾਰੇ ਪੁਆਇੰਟਸ। ਤੋਂ ਐਕਸਟਰਾ ਤੁਸੀਂ ਕਾਪੀ ਪੈਨ ਲੈ ਕੇ ਜ਼ਰੂਰ ਬੈਠੋ ਅਤੇ ਇਸ ਵੀਡੀਓ ਨੂੰ ਤੁਸੀਂ ਜਾ ਕੇ ਇੱਕ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਦੇਖੋ, ਆਪਣਾ ਟਾਰਗੇਟ ਫਿਕਸ ਕਰ ਲਓ ਤਾਂ ਕਿ ਵੇਖਣਾ ਹੀ ਵੇਖਣਾ ਜੇ ਤੁਸੀਂ ਆਪਣੀ ਜੀਕੇ ਦੇ ਉੱਪਰ ਕਮਾਂਡ ਪਾਉਣੀ ਹੈ ਤਾਂ। ਠੀਕ ਹੈ ਜੀ, ਅਤੇ ਆਓ ਜੀ ਅਸੀਂ ਆਪਣੇ ਲੈਕਚਰ ਨੂੰ ਸਟਾਰਟ ਕਰੀਏ। ਸਟਾਰਟ ਕਰਨ ਤੋਂ ਪਹਿਲਾਂ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਨੋਟੀਫਿਕੇਸ਼ਨ ਹੈ ਜਦੋਂ ਵੀ ਵੀਡੀਓ ਪੈਂਦੀ ਹੈ ਉਸ ਟਾਈਮ 'ਤੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ, ਤੁਹਾਡੇ 1% ਦਾ ਫਾਇਦਾ ਹੋਇਆ ਤਾਂ ਤੁਸੀਂ ਸਿਰਫ ਸਾਨੂੰ ਮੋਟੀਵੇਟ ਕਰ ਸਕਦੇ ਹੋ ਆਪਣੇ ਲਾਈਕ ਨਾਲ। ਠੀਕ ਹੈ ਜੀ, ਅਤੇ ਆਓ ਜੀ ਹੁਣ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਦੇਖੋ ਜੀ, ਮੈਂ ਜਿਹੜੀ ਵੀਡੀਓ ਸਟਾਰਟ ਕਰੂੰਗਾ ਇੱਕ ਛੋਟੇ ਜਿਹੇ ਮਦਰ ਟਰੇਸਾ ਦੇ ਕੋਟਸ ਤੋਂ, ਅਤੇ ਇਹਦੇ ਵਿੱਚ ਕੀ ਹੈ ਜੀ, ਕੱਲ੍ਹ ਤਾਂ ਕਹਿੰਦਾ ਜੀ ਕੱਲ੍ਹ ਤਾਂ ਜਾ ਚੁੱਕਿਆ ਹੈ, ਜਿਹੜਾ ਕੱਲ੍ਹ ਸੀਗਾ ਉਹ ਤਾਂ ਗਿਆ, ਕੱਲ੍ਹ ਅਜੇ ਵੀ ਆਉਣ ਵਾਲਾ ਹੈ। ਠੀਕ ਹੈ ਜੀ, ਹਮਾਰੇ ਪਾਸ ਤਾਂ ਕੇਵਲ आज का समय है, ਕਿਉਂਕਿ ਜਿਹੜੀ ਜਿਹਨੂੰ ਆਪਾਂ ਸ਼ੁਰੂਆਤ ਕਰਨਾ ਹੈ ਅਤੇ ਇਸ ਨੂੰ ਕੱਲ੍ਹ ਵਾਲੇ ਦਿਨ ਨੂੰ ਅੱਜ ਤੋਂ ਹੀ ਤੁਹਾਨੂੰ ਸ਼ੁਰੂਆਤ ਕਰਨੀ ਪਏਗੀ। ਕੋਈ ਗੱਲ ਨਹੀਂ ਜੇ ਤੁਸੀਂ ਪਿਛਲੇ ਵਾਲੇ ਨਹੀਂ ਪੜ੍ਹੇ ਤਾਂ ਹੁਣ ਤੋਂ ਸ਼ੁਰੂਆਤ ਕਰ ਲਓ, ਸਾਡੇ ਕੋਲ ਕਾਫੀ ਟਾਈਮ ਪਿਆ, ਹਜੇ ਵੀ ਅਸੀਂ ਪੇਪਰਾਂ ਦੀ ਤਿਆਰੀ ਨੂੰ ਕਰ ਸਕਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੋਵੇਗਾ ਪੰਜਾਬ ਦੇ ਸਾਡੇ ਔਨਲਾਈਨ ਕੋਰਸਿਸ ਵੀ ਆਉਂਦੇ ਨੇ, ਤੁਸੀਂ ਘਰ ਬੈਠੇ ਆਪਣੀ ਤਿਆਰੀਜ਼ ਨੂੰ ਮੁਕੰਮਲ ਕਰ ਸਕਦੇ ਹੋ ਆਪਣੇ ਸਰ ਦੇ ਅੰਡਰ ਰਹਿ ਕੇ ਤੁਸੀਂ। ਅਤੇ ਇਸ ਦੇ ਲਈ ਤਾਂ ਜਿਹੜੇ ਪੇਪਰ ਦੇ ਜਿਹੜੇ ਔਨਲਾਈਨ ਕੋਰਸ ਚੱਲ ਰਹੇ ਸੀ ਉਹਦੇ ਵਾਸਤੇ ਅਸੀਂ ਮੋਕ ਟੈਸਟ ਸੀਰੀਜ਼ ਜਿਹੜੀ ਹੈ ਸਟਾਰਟ ਕਰ ਦਿੱਤੀ ਹੈ, ਜਿਹਦੇ ਵਿੱਚ ਤੁਸੀਂ ਮੋਕ ਟੈਸਟ ਦੇ ਥਰੂ ਆਪਣੀ ਜਿਹੜੀ ਇਵੈਲੂਏਸ਼ਨ ਕਰ ਸਕਦੇ ਹੋ ਕਿੱਥੇ ਤੁਹਾਡੀ ਪ੍ਰੀਪਰੇਸ਼ਨ ਪਹੁੰਚ ਚੁੱਕੀ ਹੈ ਇਸ ਟਾਈਮ ਦੇ ਉੱਪਰ। ਤੁਸੀਂ ਡੇਲੀ ਮੋਕ ਟੈਸਟ ਐਨਾਲਾਈਜ਼ ਕਰਕੇ ਤੁਸੀਂ ਦੇਖ ਸਕਦੇ ਹੋ, ਅਤੇ ਇਹ ਬੜੀ ਹੀ ਨੋਮੀਨਲ ਫੀਸ ਦੇ ਵਿੱਚ ਤੁਹਾਨੂੰ ਪ੍ਰੋਪਰ ਟਿਲ ਦਾ ਐਗਜ਼ਾਮ ਤੱਕ ਤੁਹਾਡੇ ਜਿਹੜੇ ਮੋਕ ਟੈਸਟ ਕਰਵਾਏ ਜਾ ਰਹੇ ਨੇ, ਅਤੇ ਇਹ ਤੁਸੀਂ ਜੁਆਇਨ ਕਰ ਸਕਦੇ ਹੋ। ਦਿੱਤੇ ਗਏ ਨੰਬਰਾਂ ਦੇ ਜਾ ਕੇ ਤੁਸੀਂ ਇਹਦੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਆਓ ਜੀ ਹੁਣ ਅਸੀਂ ਆਪਣੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ, ਨਿਊ ਸੈਲੇਡੋਨੀਆ ਰਿਜੈਕਟਡ ਦਾ ਆਫਰ ਆਫ ਇੰਡੀਪੈਂਡੈਂਸ ਫਰੋਮ ਦਾ ਵਿਚ ਕੰਟਰੀ। ਦੇਖੋ ਜੀ, ਨਿਊ ਸੈਲੇਡੋਨੀਆ ਕੀ ਹੈ ਜੀ, ਇੱਕ ਕੰਟਰੀ ਹੈ ਕਿੱਥੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਆਈਲੈਂਡ ਹੈ। ਇਹ ਆਈਲੈਂਡ ਦੇ ਉੱਪਰ ਹਜੇ ਵੀ ਜਿਹੜੇ ਕੰਟਰੀਆਂ ਦੀ ਸੱਤਾ ਹਜੇ ਵੀ ਚੱਲ ਰਹੀ ਸੀ, ਉਸ ਦੇ ਅੰਦਰ ਕੰਮ ਕਰ ਰਿਹਾ ਸੀ, ਪਰ ਇੱਥੇ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਜੀ ਰੈਫਰੈਂਡਮ ਕੀਤਾ ਸੀਗਾ ਕਿ ਅਸੀਂ ਇਸ ਦੇਸ਼ ਦੇ ਅੰਡਰ ਨਹੀਂ ਰਹਿਣਾ। ਤਾਂ ਉਹ ਦੇਸ਼ ਦੇ ਬਾਰੇ ਪੁੱਛਿਆ ਗਿਆ, ਉਹ ਦੇਸ਼ ਕਿਹੜਾ ਹੈ? ਅਤੇ ਯਾਦ ਰੱਖਿਆ ਜੀ, ਤੁਹਾਨੂੰ ਪਤਾ ਹੈ ਜੀ ਜਦੋਂ ਕਲੋਨੀਅਲ ਐਰਾ ਸੀਗਾ ਸਾਡੇ, ਜਦੋਂ ਉਪਨਿਵੇਸ਼ਵਾਦ ਜਦੋਂ ਬਹੁਤ ਹੀ ਚਰਮ ਸੀਮਾ ਦੇ ਉੱਪਰ ਸੀਗਾ ਇੰਪੀਰੀਅਲਿਜ਼ਮ, ਤਾਂ ਉਸ ਟਾਈਮ ਦੇ ਉੱਪਰ ਛੋਟੀ ਕੰਟਰੀਆਂ ਨੂੰ ਜਿਵੇਂ ਉਪਨਿਵੇਸ਼ਕ ਬਣਾਇਆ ਜਾਂਦਾ ਸੀ, ਜਿਵੇਂ ਸਾਡਾ ਇੰਡੀਆ, ਪਾਕਿਸਤਾਨ ਵਗੈਰਾ, ਇਹ ਸਾਰੇ ਬ੍ਰਿਟੇਨ ਦੇ ਗੁਲਾਮ ਰਹੇ ਨੇ। ਇਸੇ ਤਰ੍ਹਾਂ ਹੀ ਕੁਝ ਕੰਟਰੀਆਂ ਫਰਾਂਸ ਦੀਆਂ ਵੀ ਗੁਲਾਮ ਸੀਗੀਆਂ, ਜਿਹਦੇ ਵਿੱਚੋਂ ਇੱਕ ਨਿਊ ਸੈਲੇਡੋਨੀਆ ਜਿਹੜੀ ਆਈਲੈਂਡ ਹੈ ਇਹ ਗੁਲਾਮ ਰਿਹਾ ਜੀ ਇਸ ਦਾ। ਠੀਕ ਹੈ ਜੀ, ਅਤੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਫਰਾਂਸ ਦੇਸ਼। ਠੀਕ ਹੈ ਜੀ, ਫਰਾਂਸ ਦੀ ਜਿਹੜੀ ਰਾਜਧਾਨੀ ਹੈ ਉਹ ਹੈ ਪੈਰਿਸ। ਇੱਥੇ ਤੁਹਾਨੂੰ FTF ਜਿਹੜਾ ਫਾਸਟ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਉਹਦਾ ਤੁਹਾਨੂੰ ਹੈੱਡਕੁਆਟਰ ਮਿਲੂਗਾ, ਯੂਨੈਸਕੋ ਦਾ ਹੈੱਡਕੁਆਟਰ ਇੱਥੇ ਮਿਲ ਜੂਗਾ। ਅਤੇ ਫਰਾਂਸ ਅਤੇ ਇੰਡੀਆ ਨੇ ਮਿਲ ਕੇ ਇੱਕ ਨਵਾਂ ਜਿਹੜਾ ਇੰਟਰਨੈਸ਼ਨਲ ਸੋਲਰ ਅਲਾਇੰਸ ਸਟਾਰਟ ਕੀਤਾ, ਜਿਹਦਾ ਗੁੜਗਾਵਾਂ ਦੇ ਵਿੱਚ ਹੈੱਡਕੁਆਟਰ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਅਤੇ ਇਹ ਵੀ ਤੁਸੀਂ ਯਾਦ ਰੱਖਿਆ ਜੇ। ਅਤੇ ਉਸ ਤੋਂ ਬਾਅਦ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇਮੈਨੂਅਲ ਮੈਕਰੋਨ ਹੈਗੇ ਨੇ, ਇਹ ਵੀ ਤੁਸੀਂ ਨੋਟ ਕਰ ਲਓ। ਠੀਕ ਹੈ ਜੀ, ਇਹਦੇ ਵਿੱਚ 3 ਰੈਫਰੈਂਡਮ ਇਸ ਦੇਸ਼ ਨੇ ਗਏ ਸੀ, ਜਿਹਦੇ ਵਿੱਚ 2018 ਨੂੰ ਰੈਫਰੈਂਡਮ ਹੋਣਾ ਸੀ, 2020 ਨੂੰ ਹੋਣਾ ਸੀ, ਅਤੇ 2022 ਨੂੰ ਇੱਕ ਫਾਈਨਲ ਰੈਫਰੈਂਡਮ ਹੋਏਗਾ। ਇਸ ਦੇ ਵਿੱਚ ਤਾਂ ਇਹ ਸੈਲੇਡੋਨੀਆ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਪਾਈਆਂ ਸੀ, ਪਰ ਇਸ ਵਾਰੀ ਜਿਹੜੀਆਂ ਇਸ 2020 ਦੇ ਰੈਫਰੈਂਡਮ ਦੇ ਵਿੱਚ ਫਰਾਂਸ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ, ਅਤੇ ਕਈ ਲੋਕ ਕਹਿੰਦੇ ਨੇ ਅਸੀਂ ਵੀ ਹਜੇ ਵੀ ਫਰਾਂਸ ਦੇ ਅੰਡਰ ਰਹਿਣਾ ਚਾਹੁੰਦੇ ਹਾਂ। ਠੀਕ ਹੈ ਜੀ, ਅਤੇ ਹੁਣ 2020 ਦੇ ਵਿੱਚ ਦੇਖੋ ਇਹ ਦੇਸ਼ ਅਲੱਗ ਤੋਂ ਬਣ ਸਕਦਾ ਹੈ, ਅਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਸ ਦੇਸ਼ ਦੇ ਨੇੜੇ ਇੱਕ ਦੇਸ਼ ਹੈਗਾ ਜਿਹਦਾ ਨਾਮ ਹੈ ਆਸਟ੍ਰੇਲੀਆ ਦੇ ਬਿਲਕੁਲ ਤੁਹਾਨੂੰ ਪਤਾ ਹੋਏਗਾ ਇੱਕ ਗ੍ਰੇਟ ਬੈਰੀਅਰ ਰੀਫ ਹੈ ਜੀ, ਜਿਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਨਾਮ ਦੀ ਇੱਕ ਮੂਵੀ ਬਣੀ ਸੀ, ਜਿਹਦੇ ਵਿੱਚ ਕੀ ਹੈ ਜੀ, ਜਿਵੇਂ ਸਾਡਾ ਇੱਕ ਲਕਸ਼ਦਵੀਪ ਜਿਹੜੇ ਸਾਡੇ ਟਾਪੂ ਨੇ ਉਸ ਤਰ੍ਹਾਂ ਦੇ ਇੱਕ ਗ੍ਰੇਟ ਬੈਰੀਅਰ ਰੀਫ ਬਣਿਆ ਹੋਇਆ, ਜਿਹਦੇ ਵਿੱਚ ਰੰਗ ਬਰੰਗੇ ਸੈਲਾਨੀ ਜਿਹੜੇ ਘੁੰਮਣ ਜਾਂਦੇ ਨੇ ਉੱਥੇ, ਅਤੇ ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਇੰਨਾ ਹੀ ਸੀਗਾ। ਅਤੇ ਇਹ ਜਿਹੜੀ ਨਿਊ ਸੈਲੇਡੋਨੀਆ ਇਹਦੀ ਕੈਪੀਟਲ ਲਿਖ ਲਓ, NOUMEA, ਨੂਓਮਾ
ਤੇ ਇਹ ਤੁਸੀਂ ਦੇਖ ਲਓ, ਥੋੜਾ ਪ੍ਰੋਨਾਂਸੀਏਸ਼ਨ ਦੇਖ ਲੈਣਾ ਇਸ ਦੀ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ ਉਹ CPP ਫਰੈਂਕ ਕਰੰਸੀ ਚੱਲਦੀ ਹੈ, ਤੇ ਇਹ ਵੀ ਤੁਸੀਂ ਨੋਟ ਕਰਕੇ ਚੱਲਣਾ। ਆਈ ਹੋਪ ਕਿ ਤੁਹਾਨੂੰ ਪਹਿਲਾ ਕੁਐਸਚਨ ਤਾਂ ਕਲੀਅਰ ਹੋ ਗਿਆ ਹੋਗਾ, ਜਿਹਦੇ ਬਾਰੇ ਸਾਰੇ ਪੁਆਇੰਟ ਮੈਂ ਲਿਖ ਚੁੱਕਿਆ। ਮੈਡਰਿਡ ਸਪੇਨ ਦੀ ਰਾਜਧਾਨੀ ਮੈਡਰਿਡ ਹੈ, USA ਦੀ ਵਾਸ਼ਿੰਗਟਨ DC ਹੈ, ਬ੍ਰਿਟੇਨ ਦੀ ਇੰਗਲੈਂਡ ਹੈ, ਲੰਡਨ ਜਿਹਨੂੰ ਲੰਡਨ ਹੈਗੀ ਹੈ ਜਿਹੜੀ ਥੇਮਸ ਰਿਵਰ ਦੇ ਕੰਢੇ ਤੇ ਹੈ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਕਲੀਅਰ ਹੋ ਗਏ ਹੋਣਗੇ। ਵਿਚ ਕੰਟਰੀ ਕ੍ਰਿਕੇਟਰ ਨਜ਼ੀਮ ਤਾਰਿਕ ਡਾਈਡ ਇਨ ਰੋਡ ਐਕਸੀਡੈਂਟ। ਇੱਕ ਰੋਡ ਐਕਸੀਡੈਂਟ ਦੇ ਵਿੱਚ ਇਹ ਜਿਹੜੇ ਖਿਲਾੜੀ ਨੇ, ਪਲੇਅਰ ਸੀ ਕ੍ਰਿਕਟ ਜਗਤ ਤੋਂ, ਤੁਹਾਨੂੰ ਪੁੱਛਿਆ ਜਾ ਸਕਦਾ ਕ੍ਰਿਕਟ ਤੋਂ ਬਿਲੋਂਗ ਕਰਦੇ ਸੀ ਜਾਂ ਜਰਨਲਿਜ਼ਮ ਤੋਂ, ਕਿਸੇ ਵੀ ਫੀਲਡ ਤੋਂ ਪਾ ਕੇ ਤੁਹਾਨੂੰ ਪੁੱਛ ਸਕਦਾ ਵੀ ਕਿਸੇ ਕਿਹੜੇ ਟੀਮ ਦੇ ਖਿਲਾੜੀ ਸੀ। ਅੱਛਾ, ਹੁਣ ਪੁੱਛਿਆ ਕਿਹੜੀ ਕੰਟਰੀ ਦੇ ਨੇ, ਤੇ ਇਹ ਜਿਹੜੀ ਕੰਟਰੀ ਹੈ ਇਹ ਅਫਗਾਨਿਸਤਾਨ ਕੰਟਰੀ ਦੇ, ਇਹ ਦੇਸ਼ ਦੇ ਇਹ ਖਿਲਾੜੀ ਸੀਗੇ। ਤੇ ਅਫਗਾਨਿਸਤਾਨ ਤੋਂ ਗੱਲ ਆ ਜਾਏਗੀ, ਅਫਗਾਨਿਸਤਾਨ ਸਾਡਾ ਸਭ ਤੋਂ ਛੋਟਾ ਜਿਹੜੀ ਬਾਉਂਡਰੀ ਜਿਹੜੀ ਸਾਡੀ ਟੱਚ ਕਰਦੀ ਹੈ, ਸਿਰਫ 96 ਕਿਲੋਮੀਟਰ ਬਾਉਂਡਰੀ ਸਾਡੀ ਜੰਮੂ ਕਸ਼ਮੀਰ ਦੇ ਵਿੱਚ ਅਫਗਾਨਿਸਤਾਨ ਦੇ ਨਾਲ ਟੱਚ ਕਰਦੀ ਹੈ। ਅਫਗਾਨਿਸਤਾਨ ਦੇ ਨਾਲ ਯਾਦ ਰੱਖਿਆ ਜੀ, ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਅਲੱਗ ਕਰਨ ਵਾਲੀ ਜਿਹੜੀ ਲਾਈਨ ਹੈ ਉਹਦਾ ਨਾਮ ਹੈ ਡਿਊਰੈਂਟ ਰੇਖਾ। ਡਿਊਰੈਂਟ ਰੇਖਾ ਜਿਹੜੀ ਹੈਗੀ ਹੈ, ਪਾਕਿਸਤਾਨ ਤੇ ਇੰਡੀਆ ਨੂੰ ਅਲੱਗ ਕਰਨ ਵਾਲੀ ਲਾਈਨ ਹੈ ਰੈੱਡ ਖਲੀਫ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਰੱਖਣੀ ਹੈ। ਉਸ ਤੋਂ ਬਾਅਦ 1971 ਦੇ ਵਿੱਚ ਬੰਗਲਾਦੇਸ਼ ਜਿਹੜਾ ਬਣਿਆ ਸੀ ਪਾਕਿਸਤਾਨ ਦਾ ਹਿੱਸਾ ਸੀ, ਇਹ ਵੀ ਤੁਸੀਂ ਨੋਟ ਕਰਕੇ ਰੱਖਿਆ ਜੀ, ਠੀਕ ਹੈ ਜੀ। ਤੇ ਅਫਗਾਨਿਸਤਾਨ ਦੀ ਗੱਲ ਕਰੀਏ ਤੇ ਇਹਦੀ ਰਾਜਧਾਨੀ ਹੈ ਕਾਬੁਲ, ਠੀਕ ਹੈ ਜੀ। ਇੱਥੋਂ ਹੀ ਬਾਬਰ ਆਇਆ ਸੀਗਾ ਜਿਹਨੇ ਜਿਹੜਾ ਸਾਡਾ ਮੁਗਲ ਵੰਸ਼ ਚਲਾਇਆ ਸੀਗਾ, ਇਹ ਵੀ ਤੁਸੀਂ ਨੋਟ ਕਰਕੇ ਰੱਖਣਾ ਹੈ। ਇੱਥੇ ਜਿਹੜੀ ਕਰੰਸੀ ਚੱਲਦੀ ਹੈ ਉਹ ਚੱਲਦੀ ਹੈ ਜੀ ਅਫਗਾਨੀ ਇਹਦੀ ਕਰੰਸੀ ਚੱਲਦੀ ਹੈ, ਠੀਕ ਹੈ ਜੀ, ਅਫਗਾਨੀ ਕਰੰਸੀ। ਤੇ ਇੱਥੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਨੇ ਅਸ਼ਰਫ ਗਾਨੀ ਇੱਥੇ ਦੇ ਪ੍ਰੈਜ਼ੀਡੈਂਟ ਨੇ, ਇਹ ਵੀ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਨੈਕਸਟ ਦੇ ਚੱਲੀਏ ਤਾਂ ਇਹ ਵੀ ਪੁੱਛਿਆ ਜਾ ਸਕਦਾ ਕਿ ਸਭ ਤੋਂ ਵੱਧ ਜਿਹੜੀ ਬਾਉਂਡਰੀ ਸਾਡੀ ਇੰਡੀਆ ਦੀ ਟੱਚ ਕਰਦੀ ਹੈ ਉਹ ਕਿਹਦੇ ਨਾਲ ਕਰਦੀ ਹੈ, ਉਹ ਸਾਡੀ ਕਰਦੀ ਹੈ ਜੀ ਬੰਗਲਾਦੇਸ਼ ਦੇ ਨਾਲ, ਠੀਕ ਹੈ ਜੀ। 4096 ਕਿਲੋਮੀਟਰ ਦੀ ਬਾਉਂਡਰੀ ਸਾਡੀ ਟੱਚ ਕਰਦੀ ਹੈ ਇਹਦੇ ਨਾਲ, ਇਹ ਤੁਸੀਂ ਨੋਟ ਕਰਕੇ ਚੱਲਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਚੱਲਦੇ ਹਾਂ, ਵਿਚ ਐਕਸਪ੍ਰੈਸ ਵੇ ਵਿਲ ਬੀ ਇੰਡੀਆ ਫਸਟ ਐਨੀਮਲ ਪਾਸਵੇ। ਦੇਖੋ ਜੀ, ਇੱਕ ਨੈਸ਼ਨਲ ਹਾਈਵੇ ਜਿਹੜਾ ਐਕਸਪ੍ਰੈਸ ਹੁੰਦਾ ਉਹਦੇ ਉੱਪਰ ਇੱਕ ਪੁਲ ਬਣਾਇਆ ਜਾ ਰਿਹਾ, ਜਿਸ ਦੇ ਵਿੱਚ ਕੀ ਹੈ ਜੀ, ਜਿਹੜੇ ਜਾਨਵਰ ਨੇ ਇੱਕ ਜੰਗਲ ਤੋਂ ਦੂਜੇ ਜੰਗਲ ਦੇ ਵਿੱਚ ਜਾ ਸਕਦੇ ਨੇ ਬਿਨਾਂ ਥੱਲੇ ਐਕਸਪ੍ਰੈਸ ਨੂੰ ਪਾਸ ਕੀਤੇ ਵੀ, ਕਿਉਂਕਿ ਬਹੁਤੇ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਨੇ, ਜਿਸ ਕਾਰਨ ਇਹ ਇੰਡੀਆ ਦਾ ਪਹਿਲਾ ਐਕਸਪ੍ਰੈਸ ਵੇ ਬਣਾਇਆ ਗਿਆ। ਇਹ ਕਿਹੜੇ ਦੇਸ਼ ਦੇ ਵਿੱਚ ਇੱਦਾਂ ਦਾ ਸਿਸਟਮ ਬਣਿਆ ਹੋਇਆ, ਨੀਦਰਲੈਂਡ ਦੀ ਤਰਜ਼ ਦੇ ਉੱਪਰ, ਨੀਦਰਲੈਂਡ ਦੇ ਵਿੱਚ ਸੇਮ ਇੱਦਾਂ ਦਾ ਇੱਕ ਬਣਿਆ ਹੋਇਆ। ਤੇ ਇਹ ਐਕਸਪ੍ਰੈਸ ਵੇ ਤੁਹਾਨੂੰ ਪੁੱਛਿਆ ਗਿਆ ਕਿਹੜੇ ਹਾਈਵੇ ਦੇ ਉੱਪਰ ਹੈਗਾ, ਤੇ ਇਹ ਜਿਹੜਾ ਪੁੱਛਿਆ ਗਿਆ ਇਹ ਹੈਗਾ ਜੀ ਤੁਹਾਡਾ ਦਿੱਲੀ ਤੋਂ ਮੁੰਬਈ ਜਿਹੜਾ ਹਾਈਵੇ ਹੈ ਇਹਦੇ ਵਿੱਚ ਇਹ ਬਣਿਆ ਹੋਇਆ, ਠੀਕ ਹੈ ਜੀ। ਇੱਥੇ ਜਿਹੜਾ ਰਾਜਸਥਾਨ ਦਾ ਜਿਹੜਾ ਰਣਥੰਭੋਰ ਜਿਹੜਾ ਨੈਸ਼ਨਲ ਪਾਰਕ ਹੈ ਉਸ ਨੂੰ ਮੱਧ ਪ੍ਰਦੇਸ਼ ਦੇ ਨੈਸ਼ਨਲ ਪਾਰਕ ਨਾਲ ਜੋੜਨ ਵਾਸਤੇ ਇੱਕ ਐਕਸਪ੍ਰੈਸ ਵੇ ਬਣਾਇਆ ਜਾ ਰਿਹਾ ਹੈ, ਤੇ ਇਹ ਤੁਸੀਂ ਨੋਟ ਕਰ ਲਓ। ਜਸਟ ਤੁਹਾਨੂੰ ਇੰਨਾ ਪੁੱਛਿਆ ਜਾਏਗਾ ਦਿੱਲੀ ਤੋਂ ਮੁੰਬਈ ਵਾਲਾ, ਠੀਕ ਹੈ ਜੀ, ਇਹ ਤੁਸੀਂ ਨੋਟ ਕਰਕੇ ਚੱਲਣਾ ਹੈ। ਜਿਹੜੇ ਸਾਡੇ ਇਹ ਜਿਹੜਾ ਸਾਡਾ ਰੇਲ ਐਂਡ ਇੱਕ ਤਾਂ ਸਾਡਾ ਜਿਹੜਾ ਸੜਕ ਟਰਾਂਸਪੋਰਟੇਸ਼ਨ ਜਿਹੜੇ ਮਿਨਿਸਟਰ ਨੇ ਉਹ ਹੈਗੇ ਨੇ ਨਿਤਿਨ ਗਡਕਰੀ ਜੀ, ਠੀਕ ਹੈ ਜੀ। ਮਹਾਰਾਸ਼ਟਰ ਦੇ ਨਾਗਪੁਰ ਤੋਂ ਨਿਤਿਨ ਗਡਕਰੀ ਜੀ ਇਹਦੇ ਮਿਨਿਸਟਰ ਨੇ, ਇਹ ਤੁਸੀਂ ਨੋਟ ਕਰਕੇ ਚੱਲਣਾ ਹੈ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜ਼ਿਆਦਾ ਸਿੱਖਣ ਵਾਲਾ ਕੁਝ ਵੀ ਨਹੀਂ ਗਾ, ਜਸਟ ਇਹਦਾ ਇੱਕ ਨਾਮ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵਿਚ ਪੈਟਰੋਲ ਵੈਜ਼ਲ ਹੈਜ਼ ਫਾਰਮਲੀ ਓਨ ਦਾ ਵਰਲਡ, ਜਿਹੜਾ ਹੈ ਉਸ ਨੂੰ ਕੱਟੀਪੱਲੀ ਜਿਹੜਾ ਇੰਡੀਅਨ ਕੋਸਟ ਗਾਰਡ ਦੇ ਉੱਪਰ ਇਸ ਨੂੰ ਕੀ ਕੀਤਾ ਗਿਆ, ਇਨਵੇਲਡ ਕਰ ਦਿੱਤਾ ਗਿਆ, ਛੱਡ ਦਿੱਤਾ ਗਿਆ ਇੰਡੀਅਨ ਕੋਸਟ ਗਾਰਡ ਦੇ ਉੱਪਰ। ਇੰਡੀਅਨ ਕੋਸਟ ਗਾਰਡ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ, ਇੰਡੀਅਨ ਕੋਸਟ ਗਾਰਡ ਜਿਹੜੇ ਸ਼ਿਪ ਹੁੰਦੇ ਨੇ ਉਹ ਸ਼ਿਪ ਕਿਹੜੇ ਕੰਮ ਆਉਂਦੇ ਨੇ, ਇਹ ਇੱਕ ਤਰ੍ਹਾਂ ਦਾ ਸ਼ਿਪ ਸੀਗਾ ਜਿਹੜਾ ਅਸੀਂ ਛੱਡ ਚੁੱਕੇ ਹਾਂ, ਤੇ ਇਹ ਛੱਡਣ ਵਾਲਾ ਜਿਹੜਾ ਇਹ ਸੀਗਾ 7ਵਾਂ ਸ਼ਿਪ ਸੀਗਾ, ਠੀਕ ਹੈ ਜੀ। ਇਸ ਨੂੰ ਅਸੀਂ ਪਹਿਲਾਂ ਕਮਿਸ਼ਨ ਕੀਤਾ ਸੀ, ਉਸ ਤੋਂ ਬਾਅਦ ਹੁਣ ਡੀਕਮਿਸ਼ਨ ਕਰ ਦਿੱਤਾ ਗਿਆ। ਤੇ ਇਹ ਜਿਹੜਾ ਹੈਗਾ ਇਹ ਕੀ ਕਰਦਾ ਜੀ, ਜਿਹੜੇ ਪਾਇਰਟਸ ਜਿਹੜੇ ਸਮੁੰਦਰਾਂ ਦੇ ਵਿੱਚ ਜਿਹੜੇ ਲੁਟੇਰੇ ਹੁੰਦੇ ਨੇ, ਤੇ ਉਸ ਨੂੰ ਇੰਡੀਆ ਦੀ ਜਿਹੜੀ ਸਮੁੰਦਰੀ ਸੀਮਾ ਹੈਗੀ ਉਸ ਨੂੰ ਸੁਰੱਖਿਆ ਵਾਸਤੇ ਇਹ ਜਿਹੜਾ ਬਣਾਇਆ ਗਿਆ ਸੀਗਾ। ਇੰਡੀਅਨ ਕੋਸਟ ਗਾਰਡ ਸਾਡਾ ਜਿਹੜਾ ਹੈ ਜਿਹੜੀ ਆਰਮੀ ਹੈ ਇਸ ਨੂੰ ਕੰਟਰੋਲ ਕਰਦੀ ਹੈ। ਤੇ ਇਹ ਜਿਹੜਾ ਸੀਗਾ ਜੀ, ਇਹਦਾ ਰਾਈਟ ਆਨਸਰ ਹੈ ਇਹ ਹੈਗਾ ਵਿਗਰਾ ਨਾਮ ਦਾ ਜਿਹੜਾ ਹੈਗਾ ਇਸ ਨੂੰ ਅਸੀਂ ਇਨਵੇਲਡ ਕਰ ਦਿੱਤਾ। ਕਿੱਥੇ ਕੀਤਾ ਜੀ, ਤਮਿਲਨਾਡੂ ਦੀ ਇੱਕ ਪੋਰਟ ਦਾ ਨਾਮ ਹੈ ਕੱਟੀਪੱਲੀ ਪੋਰਟ ਦਾ ਨਾਮ ਹੈ, ਉੱਥੇ ਅਸੀਂ ਇਸ ਨੂੰ ਇਨਵੈਲਡ ਕਰ ਦਿੱਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਮੈਂ ਪਿਛਲੇ ਪ੍ਰੀਵੀਅਸ 2-3 ਦਿਨਾਂ ਤੋਂ ਮੈਂ ਜਿਹੜੇ ਲੈਕਚਰ ਪਾ ਰਿਹਾ ਉਹਦੇ ਵਿੱਚ ਵੀ ਦੱਸਿਆ ਸੀ, ਇੱਕ ਕਨਕ ਲਤਾ ਨਾਮ ਦਾ ਅਸੀਂ ਇਹ IGS ਜਿਹੜਾ ਇੱਕ ਸੀਗਾ ਉਸ ਨੂੰ ਵੀ ਅਸੀਂ ਕੀ ਕੀਤਾ ਸੀ, ਕਮਿਸ਼ਨ ਕੀਤਾ ਸੀ। ਕਿਹੜੇ ਪੋਰਟ ਦੇ ਉੱਪਰ, ਕੋਲਕਾਤਾ ਪੋਰਟ ਦੇ ਉੱਪਰ ਅਸੀਂ ਕਮਿਸ਼ਨ ਕੀਤਾ ਸੀ ਨਵਾਂ ਜਿਹੜਾ IGS ਜਿਹੜਾ ICGS, ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲੈਣਾ, ਕਿਉਂਕਿ ਸਾਡਾ ਸੀਗਾ ਜਿਹੜਾ ਇਸ ਨੂੰ ਕਨਕ ਲਤਾ ਬਰੂਆ ਨਾਮ ਦਾ ਜਿਹੜਾ ਸੀਗਾ, ਤੁਹਾਨੂੰ ਪਤਾ ਸੀ ਇੱਕ ਲੇਡੀ ਸੀਗੀ ਜਿਹੜੀ 1942 ਦੇ ਵਿੱਚ
ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਫਰੀडम फाइटर ਦੀ ਮੂਵਮੈਂਟ ਦੇ ਵਿੱਚ, ਠੀਕ ਹੈ ਜੀ। ਤੇ ਇਸ ਦੇ ਨਾਮ ਦੇ ਉੱਪਰ ਇਸ ਨੂੰ ਨਾਮ ਰੱਖਿਆ ਗਿਆ ਸੀਗਾ, ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਤੇ ਜਿਹੜੇ ਸਾਡੇ ਇੰਡੀਅਨ ਕੋਸਟ ਗਾਰਡ ਦੇ ਜਿਹੜੇ ਡਾਇਰੈਕਟਰ ਨੇ ਉਹ ਕੌਣ ਨੇ? ਕ੍ਰਿਸ਼ਨਾ ਸਵਾਮੀ ਨਟਰਾਜਨ ਇਹਦੇ ਜਿਹੜੇ ਡਾਇਰੈਕਟਰ ਨੇ, ਜਰਨਲ ਨੇ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇੰਨਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਇਹ ਜਿਹੜਾ ਵਿਗਰਹ ਸੀਗਾ ਬਣਾਇਆ ਕਿਹਨੇ ਸੀਗਾ? LNT, ਇਹਦਾ ਮਤਲਬ ਲਾਰਸਨ ਐਂਡ ਟਰਬੋ ਨਾਮ ਦੀ ਜਿਹੜੀ ਕੰਪਨੀ ਹੈ ਇੰਡੀਆ ਦੇ ਵਿੱਚ, ਉਸ ਨੇ ਇਸ ਨੂੰ ਬਣਾਇਆ ਸੀਗਾ। ਜਿਹੜੀ ਕਨਕ ਲਤਾ ਵਾਲੀ ਸੀਗੀ ਇਸ ਨੂੰ ਬਣਾਇਆ ਸੀਗਾ ਜਰਨਲ ਰਿਚ ਸ਼ਿਪ ਬਿਲਡਰ ਇੰਜੀਨੀਅਰਸ। ਇਹ ਜਿਹੜੀ ਸੰਸਥਾ ਹੈਗੀ ਆ ਉੱਥੇ ਇਹਨਾਂ ਨੇ ਕੋਲਕਾਤਾ ਦੇ ਵਿੱਚ ਇਹ ਸਾਨੂੰ ਬਣਾ ਕੇ ਦਿੰਦੀ ਹੈ ਇਸ ਤਰ੍ਹਾਂ ਦੇ ਸ਼ਿਪ, ਤੇ ਇਸ ਨੇ ਇਹ ਬਣਾ ਕੇ ਦਿੱਤਾ ਸੀਗਾ ਸਾਨੂੰ। ਆਈ ਹੋਪ ਕਿ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਵਿਚ ਬੈਂਕ ਲਾਂਚ ਦਾ ਡੈਬਿਟ ਕਾਰਡ ਫॉर ਦਾ ਲੋਨ ਅਗੇਂਸਟ ਦਾ ਪ੍ਰੋਪਰਟੀ ਆਫ ਦਾ ਕਸਟਮਰ ਦੇ ਵਾਸਤੇ ਜਿਹੜਾ ਇਹ ਜਿਹੜੀ ਸਕੀਮ ਸੀ ਲੋਨ ਅਗੇਂਸਟ ਦਾ ਪ੍ਰੋਪਰਟੀ, ਇਸ ਨੂੰ ਸੁਧਾਰਨ ਵਾਸਤੇ ਜਿਹੜਾ ਕਿਹੜੇ ਬੈਂਕ ਨੇ ਨਵਾਂ ਹੁਣ ਡੈਬਿਟ ਕਾਰਡ ਲਾਂਚ ਕੀਤਾ? ਤੇ ਇਹ ਯਾਦ ਰੱਖਣਾ ਜੀ, ਇਹ ਕੀਤਾ ਜੀ ICICI ਬੈਂਕ ਨੇ, ਠੀਕ ਹੈ ਜੀ। ICICI ਬੈਂਕ ਨੇ ਕੀਤਾ ਤੇ ਇਹਨਾਂ ਨੇ ਕੀ ਕੀਤਾ ਜੀ, ਇਹ ਜਿਹੜਾ ਡੈਬਿਟ ਕਾਰਡ ਹੈ ਇਹ ਕਿਹੜੀ ਪਲੇਟਫਾਰਮ ਸਾਨੂੰ ਪ੍ਰੋਵਾਈਡ ਕਰਵਾਏਗੀ? ਇਹ ਜਿਹੜਾ ਪ੍ਰੋਵਾਈਡ ਕਰਾਏਗੀ ਵੀਜ਼ਾ ਪਲੇਟਫਾਰਮ ਮਾਸਟਰ, ਇਹ ਸਾਰੇ ਤੁਸੀਂ ਵੇਖਿਆ ਵੀ ਹੋਏਗਾ। ਰੁਪਏ ਜਿਹੜਾ NC, ਇਹ ਹੁੰਦੇ ਨੇ ਕਈ ਪਲੇਟਫਾਰਮ ਹੁੰਦੇ ਨੇ ਜਿਹੜੇ, ਤੇ ਇਹਨਾਂ ਦੇ ਦੁਆਰਾ ਇਹ ਡੈਬਿਟ ਕਾਰਡ ਬਣਾਏ ਜਾਂਦੇ ਨੇ ਜਿਹਦੇ ਥਰੂ ਟ੍ਰਾਂਜੈਕਸ਼ਨ ਹੁੰਦੀਆਂ ਨੇ, ਠੀਕ ਹੈ ਜੀ, ਬੈਂਕ ਦੇ ਥਰੂ। ਤੇ ਇਹ ਯਾਦ ਰੱਖਿਆ ਜੀ, ਇਸ ਤਰ੍ਹਾਂ ਕਰਨ ਵਾਲਾ ਇਹ ਪਹਿਲਾ ਬੈਂਕ ਹੈ, ਇਹ ਤੁਸੀਂ ਨੋਟ ਕਰ ਲਓ। ਤੇ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਹਦੇ MD ਦੇ ਬਾਰੇ ਪੁੱਛਿਆ ਜਾ ਸਕਦਾ, ਤੇ ਇਹਦੇ MD ਹੈਗੇ ਨੇ ਸੰਦੀਪ ਬਖਸ਼ੀ ਇਹਦੇ MD ਨੇ ICICI ਬੈਂਕ ਦੇ। ਤੇ ਉਸ ਤੋਂ ਬਾਅਦ ਇਹਦਾ ਹੈੱਡਕੁਆਟਰ ਤੁਹਾਨੂੰ ਮੁੰਬਈ ਦੇ ਵਿੱਚ ਮਿਲੂਗਾ, ਇਹ ਵੀ ਤੁਸੀਂ ਨੋਟ ਕਰ ਲਓ। ਤੇ ਇਹਦੀ ਜਿਹੜੀ ਟੈਗਲਾਈਨ ਹੈ ਉਹ ਹੈਗੀ ਹੈ ਜੀ, ਹਮ ਹੈ ਆਪਕੇ ਖਿਆਲ ਮੇਂ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ, ਹਮ ਹੈ ਨਾ ਖਿਆਲ ਆਪਕਾ, ਇਹ ਜਿਹੜੀ ਟੈਗਲਾਈਨ ਹੈ, ਸੌਰੀ ਮੈਂ ਉਹ ਤੁਹਾਡੇ। ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਸੀ ਜਿਹੜੇ ਕਸਟਮਰ ਵਾਸਤੇ ਹੀ, ਉਹ ਸੀਗੀ ਜੀ ਵੌਇਸ ਬੈਂਕਿੰਗ ਸਰਵਿਸ। ਕਿਹੜੇ ਬੈਂਕ ਨੇ ਲਾਂਚ ਕੀਤਾ? ICICI ਬੈਂਕ ਨੇ, ਠੀਕ ਹੈ ਜੀ। ਇੱਕ ਇਹਨਾਂ ਨੇ ਵੀਡੀਓ KYC ਜਿਹੜੇ ਖਾਤੇ ਖੋਲ੍ਹੇ ਜਾ ਰਹੇ ਸੀ ਉਹ ਵੀ ਇਹਨਾਂ ਨੇ ਲਾਂਚ ਕੀਤਾ ਸੀ, ਨਾਓ ਯੋਰ ਕਸਟਮਰ ਵੀਡੀਓ KYC। ਇਹ ਕਿਹੜੇ ਬੈਂਕ ਨੇ ਲਾਂਚ ਕੀਤਾ ਸੀ? ਇਹ ਵੀ ICICI ਬੈਂਕ ਨੇ ਸਟਾਰਟ ਕੀਤਾ ਸੀ। ਜਿਹੜੇ ਛੋਟੇ ਕਾਰੋਬਾਰੀ ਬਿਜ਼ਨਸਮੈਨ ਐਂਟਰਪ੍ਰੇਨਿਓਰ ਹੁੰਦੇ ਨੇ ਉਹਨਾਂ ਨੂੰ ਸਟਾਰਟਅਪ ਦੇਣ ਵਾਸਤੇ ਆਈ ਸਟਾਰਟਅਪ 2.0 ਨਾਮ ਦੀ ਪਹਿਲ ਸਟਾਰਟ ਕੀਤੀ ਸੀ ਇਹਨਾਂ ਨੇ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਇੱਕ ਇਹਨਾਂ ਨੇ ਡਰਾਫਟ ਸੁਵਿਧਾ ਵੀ ਸਟਾਰਟ ਕੀਤੀ ਸੀ, ਡਰਾਫਟ ਸੁਵਿਧਾ, ਇਹਦਾ ਨਾਮ ਸੀਗਾ ਇੰਸਟਾਫਲੈਕਸੀ ਨਾਮ ਦੀ ਡਰਾਫਟ ਸੁਵਿਧਾ ਵੀ ਇਹਨਾਂ ਨੇ ਸਟਾਰਟ ਕੀਤੀ ਸੀ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ICICI ਬੈਂਕ ਦੇ ਇੰਨੇ ਜਿਹੜੇ ਐਕਸਟਰਾ ਪੁਆਇੰਟ ਨੇ ਉਹ ਸਮਝ ਆ ਗਏ ਹੋਣਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ IDFC ਜਿਹੜਾ ਬੈਂਕ ਹੈ ਇਸ ਨੇ ਕੰਟੈਕਟਲੈਸ ਜਿਹੜਾ ਇੱਕ ਕਾਰਡ ਬਣਾਇਆ ਜਿਹਦਾ ਨਾਮ ਹੈ ਸੇਫ ਪੇ। ਤੁਸੀਂ ਦੂਰੋਂ ਹੀ ਥੋੜ੍ਹਾ ਜਿਹਾ ਜੇ ਇੱਕ ਆਪਾਂ ਜਦੋਂ ਸਵਾਈਪ ਕਰਦੇ ਹਾਂ ਤਾਂ ਇੱਕ ਜਿਹੜਾ ਸਾਡਾ ਕਾਰਡ ਹੁੰਦਾ ਉਹ ਟੱਚ ਹੁੰਦਾ, ਬਟ ਇਹ ਥੋੜ੍ਹੇ ਜੇ ਡਿਸਟੈਂਸ ਦੇ ਉੱਪਰੋਂ ਹੀ ਇੱਕ ਕੰਟੈਕਟਲੈਸ ਜਿਹੜਾ ਕਾਰਡ ਬਣਾਇਆ ਸੀ ਸੇਫ ਪੇ ਨਾਮ ਦਾ, ਉਹ IDFC ਬੈਂਕ ਨੇ ਬਣਾਇਆ ਸੀਗਾ, ਠੀਕ ਹੈ ਜੀ। ਤੇ PNB ਬੈਂਕ ਨੇ, ਤੁਹਾਨੂੰ ਮੈਂ ਦੱਸਿਆ ਸੀਗਾ, PNB ਬੈਂਕ ਨੇ ਇੱਕ ਗ੍ਰਾਮ ਸੰਪਰਕ ਯੋਜਨਾ ਜਿਹੜਾ ਅਭਿਆਨ ਚਲਾਇਆ ਸੀਗਾ ਡਿਜੀਟਲ ਨੂੰ ਬੜਾਵਾ ਦੇਣ ਵਾਸਤੇ, ਡਿਜੀਟਲ ਪੇਮੈਂਟ ਨੂੰ ਬੜਾਵਾ ਦੇਣ ਵਾਸਤੇ। SBI ਬੈਂਕ ਦੇ ਕੱਲ੍ਹ ਹੀ CEO ਨਵੇਂ ਬਣੇ ਨੇ, ਉਹਨਾਂ ਦਾ ਨਾਮ ਹੈ ਦਿਨੇਸ਼ ਕੁਮਾਰ ਖਾਰਾ। ਤੇ ਉਸ ਤੋਂ ਬਾਅਦ ਜਿਹੜੇ ਇਹਦੇ ਨਵੇਂ CFO ਬਣੇ ਨੇ ਉਹ ਕੌਣ ਬਣੇ ਨੇ? ਚਰਨਜੀਤ ਸਿੰਘ ਅਤਰਾ, ਇਹ ਤੁਸੀਂ ਨੋਟ ਕਰ ਲਓ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ ਬੈਂਕਿੰਗ ਤੋਂ ਰਿਲੇਟਡ। ਤੇ ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਦੇਖੋ ਜੀ, ਵੈਨ ਵਾਜ਼ ਦਾ ਵਰਲਡ ਕੋਟਨ ਡੇ ਸੈਲੀਬ੍ਰੇਟਿਡ? ਕੋਟਨ ਡੇ ਜਿਹੜਾ ਹੈ ਜੀ ਪੂਰੇ ਵਰਲਡ ਦੇ ਵਿੱਚ ਕਦੋਂ ਮਨਾਉਣਾ? ਇਹ ਨਵਾਂ ਹੀ ਡੇ ਹੈ ਜਿਹੜਾ ਸਟਾਰਟ ਕੀਤਾ ਗਿਆ। ਇਹਦੇ ਵਿੱਚ ਕੀ ਹੈ ਜੀ, ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਸਾਡੀ ਟੈਕਸਟਾਈਲ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੂੰ, ਕਿਉਂਕਿ ਇਹ ਸਭ ਤੋਂ ਜ਼ਿਆਦਾ ਜੌਬ ਦੇਣ ਵਾਲੀ ਇੰਡਸਟਰੀ ਹੈ ਇੱਕ ਤਰ੍ਹਾਂ ਦੀ, ਇਸ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਡੇ ਮਨਾਇਆ ਜਾਂਦਾ। ਇਹ ਡੇ ਮਨਾਇਆ ਜਾਂਦਾ 7 ਅਕਤੂਬਰ ਨੂੰ ਡੇ ਇਹ ਮਨਾਇਆ ਜਾਂਦਾ। ਇਹ ਯਾਦ ਰੱਖਣਾ ਹੈ। ਇਸ ਤੋਂ ਰਿਲੇਟਡ ਇਹ 2019 ਦੇ ਵਿੱਚ ਇਹ ਮਨਾਇਆ ਗਿਆ ਸੀ, ਹੁਣ 2020 ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਤੁਹਾਨੂੰ ਮੈਂ ਦੱਸਿਆ ਸੀਗਾ ਸਪੇਸ ਵੀਕ ਮਨਾਇਆ ਜਾ ਰਿਹਾ ਸੀ, ਸਪੇਸ ਵੀਕ, ਠੀਕ ਹੈ ਜੀ। ਇਹ ਵੀ ਤੁਸੀਂ ਮੈਂ ਦੱਸਿਆ ਸੀਗਾ। 1 ਅਕਤੂਬਰ ਨੂੰ ਸਾਡਾ ਇੰਟਰਨੈਸ਼ਨਲ ਓਲਡਰ ਡੇ ਮਨਾਇਆ ਗਿਆ ਸੀਗਾ, ਇੰਟਰਨੈਸ਼ਨਲ ਕਾਫੀ ਡੇ ਮਨਾਇਆ ਗਿਆ ਸੀਗਾ, ਇੰਟਰਨੈਸ਼ਨਲ ਵੈਜੀਟੇਰੀਅਨ ਡੇ ਮਨਾਇਆ ਗਿਆ ਸੀਗਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਤੇ 5 ਅਕਤੂਬਰ ਨੂੰ ਨੈਸ਼ਨਲ ਟੀਚਰ ਜਿਹੜਾ ਇੰਟਰਨੈਸ਼ਨਲ ਜਿਹੜਾ ਵਰਲਡ ਟੀਚਰ ਡੇ ਮਨਾਇਆ ਗਿਆ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਨੈਸ਼ਨਲ ਟੀਚਰ ਡੇ ਸਾਡਾ 5 ਸਤੰਬਰ ਨੂੰ ਮਨਾਇਆ ਜਾਂਦਾ ਹੈ, ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਾਂ ਨੈਕਸਟ ਤੇ ਚੱਲੀਏ। ਵਿਚ ਕੰਟਰੀ ਸਕਸੈਸਫੁਲੀ ਟੈਸਟਡ ਦਾ ਹਾਈਪਰਸੋਨਿਕ ਕਰੂਜ਼ ਮਿਸਾਈਲ ਜਿਰਕੋਨ ਨਾਮ ਦੀ ਜਿਹੜੀ ਮਿਸਾਈਲ ਹੈ, ਹੁਣ ਲੇਟੈਸਟ ਕਿਹੜੀ ਕੰਟਰੀ ਨੇ ਲਾਂਚ ਸਕਸੈਸਫੁਲੀ ਟੈਸਟ ਕਰ ਦਿੱਤਾ ਉਹਦਾ?
ਤੇ 4 ਦੇਸ਼ਾਂ ਦੇ ਵਿੱਚ ਜਿਹੜਾ ਇਹਦਾ ਰਾਈਟ ਆਨਸਰ ਹੈ ਉਹ ਹੈਗਾ ਰਸ਼ੀਆ। ਰਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹ ਹੈਗੇ ਨੇ ਵਲਾਦੀਮੀਰ ਪੁਤਿਨ। ਵਲਾਦੀਮੀਰ ਪੁਤਿਨ ਦੇ ਜਿਹੜੇ 39ਵੇਂ ਜਨਮ ਦਿਵਸ ਦੇ ਉੱਪਰ ਇਹ ਜਿਹੜਾ ਜ਼ੀਰੋਕੌਨ ਮਿਸਾਈਲ ਨੂੰ ਟੈਸਟ ਕੀਤਾ ਗਿਆ ਸੀ, ਸਕਸੈਸਫੁਲੀ ਟੈਸਟਡ ਕੀਤਾ ਗਿਆ ਸੀਗਾ। ਠੀਕ ਹੈ ਜੀ। ਤੇ ਆਪਾਂ ਨੂੰ ਤੁਹਾਨੂੰ ਯਾਦ ਹੋਵੇ ਇੰਡੀਆ S-400 ਜਿਹੜਾ ਸਿਸਟਮ ਹੈ ਮਿਸਾਈਲ ਦਾ, ਜਿਹਦੇ ਵਿੱਚ ਇੱਕ ਮਿੰਟ ਦੇ ਵਿੱਚ 36 ਮਿਸਾਈਲਾਂ ਦਾਗ ਸਕਦੇ ਹਾਂ, ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇੰਡੀਆ ਲੈ ਰਿਹਾ ਇਹ ਰਸ਼ੀਆ ਤੋਂ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਠੀਕ ਹੈ ਜੀ। ਤੇ ਇਹ ਤੁਸੀਂ ਯਾਦ ਰੱਖਿਆ ਜੇ ਇੰਡੀਆ ਨੇ ਵੀ ਇੱਕ ਮਿਸਾਈਲ ਇਸ ਤਰ੍ਹਾਂ ਦਾ ਟੈਸਟ ਕੀਤਾ ਸੀ ਜਿਹਦਾ ਨਾਮ ਸੀਗਾ ਸ਼ੌਰਿਆ ਮਿਸਾਈਲ। ਸ਼ੌਰਿਆ ਮਿਸਾਈਲ ਜਿਹੜਾ ਟੈਸਟ ਕੀਤਾ ਸੀ ਸਾਡੀ ਜਿਹੜੀ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਉਸਨੇ ਇਹ ਸਕਸੈਸਫੁਲੀ ਟੈਸਟ ਕੀਤਾ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਏਗਾ। ਤੇ ਰਸ਼ੀਆ ਦੀ ਜਿਹੜੀ ਕੈਪੀਟਲ ਹੈ ਉਹ ਹੈਗੀ ਹੈ ਮਾਸਕੋ। ਠੀਕ ਹੈ ਜੀ, ਮਾਸਕੋ। ਤੇ ਇਹ ਵੀ ਤੁਸੀਂ ਨੋਟ ਕਰ ਲਿਆ, ਮਾਸਕੋ ਨਦੀ ਦੇ ਉੱਪਰ ਹੈ, ਇਹ ਵੀ ਤੁਸੀਂ ਯਾਦ ਕਰ ਲਿਆ ਜੇ। ਤੇ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸੀਏ ਜੀ ਇਹਦੀ ਜਿਹੜੀ ਕਈ ਵਾਰੀ ਨਾ ਸੰਸਦ ਦੇ ਬਾਰੇ ਪੁੱਛਿਆ ਜਾਂਦਾ, ਸੰਸਦ ਦਾ ਨਾਮ ਦੱਸੋ। ਤੇ ਇਹਦੀ ਜਿਹੜੀ ਸੰਸਦ ਦਾ ਨਾਮ ਹੈ ਡਿਊਮਾ ਸੰਸਦ ਦਾ ਇਹਦਾ ਨਾਮ ਹੈ। ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਆਪਾਂ ਰਸ਼ੀਆ ਦੇ ਨਾਲ ਇੱਕ ਐਕਸਰਸਾਈਜ਼ ਕੀਤੀ ਸੀ ਆਰਮੀ ਦੀ, ਉਹਦਾ ਨਾਮ ਹੈ ਇੰਦਰਾ। ਆਈ ਦਾ ਮਤਲਬ ਹੈ ਇੰਡੀਆ ਤੇ IND ਦਾ ਇੰਡੀਆ ਤੇ ਰਸ਼ੀਆ। ਇੰਦਰਾ ਐਕਸਰਸਾਈਜ਼ ਆਪਾਂ ਇਹਦੇ ਨਾਲ ਕੰਡਕਟ ਕੀਤੀ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਇਹ ਵੀ ਤੁਸੀਂ ਨੋਟ ਕਰ ਲਓ, ਪੂਰੇ ਵਰਲਡ ਦੇ ਵਿੱਚ 3D 에ਅਰਕ੍ਰਾਫਟ ਇੰਜਨ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਪਹਿਲਾ ਡਿਵੈਲਪ ਕਰਨ ਵਾਲਾ ਦੇਸ਼ ਬਣਿਆ ਜੀ ਹੁਣ। ਇਹ ਜਿਹੜਾ ਦੇਸ਼ ਹੈ ਆਪਣੀ 3D ਪ੍ਰਿੰਟਿੰਗ 에ਅਰਕ੍ਰਾਫਟ ਇੰਜਨ, ਇਹ ਜਿਹੜਾ ਡਿਵੈਲਪ ਕਰਨ ਵਾਲਾ ਰਸ਼ੀਆ ਦੇਸ਼ ਬਣਿਆ, ਇਹ ਵੀ ਤੁਸੀਂ ਨੋਟ ਕਰ ਲਓ। ਠੀਕ ਹੈ ਜੀ। ਤੇ ਇਹਨਾਂ ਨੇ ਇੱਕ ਚੱਲਦਾ ਕਹਿੰਦੇ ਨਾ ਸਮੁੰਦਰ ਦੇ ਵਿੱਚ ਤੈਰਦਾ ਹੋਇਆ ਨਿਊਕਲੀਅਰ ਪਲਾਂਟ ਇਹਨਾਂ ਨੇ ਡਿਵੈਲਪ ਕੀਤਾ ਸੀ ਪਿਛਲੇ ਸਾਲ, ਉਹਦਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤੇ ਉਹਦਾ ਲਿਖ ਲਓ ਜੀ ਅਕੈਡਮਿਕ ਲੂਮੋਨੋਸੋਵ ਇਹ ਨਾਮ ਦਾ ਜਿਹੜਾ ਇਹ ਸੀਗਾ ਤੈਰਦਾ ਹੋਇਆ ਇੱਕ ਨਿਊਕਲੀਅਰ ਪਾਵਰ ਪਲਾਂਟ। ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਸ ਤੋਂ ਇੰਨੀਆਂ ਗੱਲਾਂ ਤੁਹਾਨੂੰ ਸ਼ਾਇਦ ਯਾਦ ਹੋ ਗਈਆਂ ਹੋਣਗੀਆਂ। ਤੇ ਉਸ ਤੋਂ ਬਾਅਦ ਆਪਾਂ ਨੈਕਸਟ ਦੇ ਚੱਲਦੇ ਹਾਂ। ਇਹਨਾਂ ਦੀ ਜਿਹੜੀ ਸਪੇਸ ਏਜੰਸੀ ਹੈ ਉਹਦਾ ਨਾਮ ਹੈ ਰੋਸਕੋਸਮੋਸ। ਨਾਸਾ ਦੀ ਜਿਹੜੀ ਸਪੇਸ ਏਜੰਸੀ ਜਿਹੜੀ ਅਮਰੀਕਾ ਦੀ ਹੈ, ਨਾਸਾ ਇਹ ਚਾਈਨਾ ਦੀ ਹੈਗੀ ਹੈ, ਚਾਈਨੀਜ਼ ਸਪੇਸ ਏਜੰਸੀ। ਤੇ ਸਾਊਦੀ ਅਰਬ ਦੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਜੇ ਤੁਹਾਨੂੰ ਪਤਾ ਹੈ। ਤੇ ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਹੈਗੀ ਹੈ ਇਸਰੋ। ਠੀਕ ਹੈ ਜੀ। ਤੇ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ। ਜਾਪਾਨ ਦੀ JAXA, ਇਹ ਤੁਸੀਂ ਸਾਰੀ ਨੋਟ ਕਰ ਲੈਣਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੇਅਰ ਵਾਜ਼ ਦਾ ਮੀਟਿੰਗ ਆਫ ਦਾ ਫੋਰਨ ਮਿਨਿਸਟਰ ਆਫ ਦਾ ਕੁਆਡ ਗਰੁੱਪ ਹੈ ਕੀ ਚੀਜ਼ ਹੈ ਜੀ? ਜਿਹੜਾ ਚਾਈਨਾ ਹੈ ਉਸਨੇ ਕੀ ਕੀਤਾ ਹੋਇਆ ਜੀ, ਆਪਣਾ ਚਾਈਨਾ ਸੀ ਦੇ ਵਿੱਚ ਆਪਣਾ ਦਬਦਬਾ ਬਣਾਉਣ ਵਾਸਤੇ ਸਾਰੇ ਦੇਸ਼ਾਂ ਦੇ ਨਾਲ ਇੱਕ ਬਾਉਂਡਰੀ ਡਿਸਪਿਊਟ ਪੈਦਾ ਕਰ ਰੱਖਿਆ ਦક્ષਿਣੀ ਚੀਨ ਸਾਗਰ ਦੇ ਵਿੱਚ। ਠੀਕ ਹੈ ਜੀ। ਤੇ ਉਸ ਚੀਜ਼ ਨੂੰ ਖਤਮ ਕਰਨ ਵਾਸਤੇ, ਉਸ ਨੂੰ ਅਟੈਕ ਕਰਨ ਵਾਸਤੇ 4 ਦੇਸ਼ਾਂ ਦਾ ਗਰੁੱਪ ਬਣਿਆ ਹੋਇਆ ਜਿਹਦਾ ਨਾਮ ਹੈ ਕੁਆਡ। ਹੁਣ ਇਹ ਕਹਿ ਰਹੇ ਪਏ ਨੇ ਕੁਆਡ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ ਇਹ ਕਿੱਥੇ ਮਿਲੇ ਸੀ ਹੁਣ ਜੀ, ਤਾਂ ਕਿ ਦક્ષਿਣੀ ਚੀਨ ਸਾਗਰ ਦੇ ਵਿੱਚ ਜਿਹੜੀ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ ਤੇ ਜਿਹੜਾ ਚਾਈਨਾ ਹੈ ਉਸ ਨੂੰ ਟੈਕਲ ਕੀਤਾ ਜਾ ਸਕੇ ਈਜ਼ੀਲੀ ਤਰੀਕੇ ਨਾਲ। ਤੇ ਇਹਦੇ ਵਿੱਚ ਜਿਹੜਾ ਕੁਆਡ ਗਰੁੱਪ ਦੇ ਵਿੱਚ ਕੌਣ ਨੇ ਜੀ? ਇੱਕ ਤਾਂ ਇੰਡੀਆ ਹੋ ਗਿਆ, ਇੱਕ ਜਾਪਾਨ ਹੈ, ਇੱਕ USA ਹੈ, ਇੱਕ ਜਿਹੜਾ ਆਸਟ੍ਰੇਲੀਆ। ਠੀਕ ਹੈ ਜੀ। ਇਹ 4 ਗਰੁੱਪਾਂ ਦੇ। ਤੇ ਇਹਦੇ ਵਿੱਚ ਜਿਹੜਾ ਹੁਣ ਫੋਰਨ ਮਿਨਿਸਟਰ ਜਿਹੜੇ ਹੁੰਦੇ ਨੇ, ਵਿਦੇਸ਼ ਮੰਤਰੀ ਜਿਹੜੇ ਹੁੰਦੇ ਨੇ, ਉਹਨਾਂ ਦੀ ਮੀਟਿੰਗ ਹੋਈ ਸੀ ਟੋਕੀਓ ਦੇ ਵਿੱਚ। ਟੋਕੀਓ ਕਿੱਥੇ ਹੈ ਜੀ? ਜਾਪਾਨ ਦੇ ਵਿੱਚ। ਠੀਕ ਹੈ ਜੀ। ਤੇ ਜਾਪਾਨ ਤੋਂ ਹੁਣ ਆਪਾਂ ਗੱਲ ਯਾਦ ਕਰੀਏ, ਜਾਪਾਨ ਦੇ ਵਿੱਚ ਸਮਰ ਓਲੰਪਿਕ ਹੋਣੇ ਸੀ 2020 ਦੇ ਵਿੱਚ, ਹੁਣ ਉਹਨੂੰ ਸ਼ਿਫਟ ਕਰਕੇ 2021 ਦੇ ਵਿੱਚ ਕਰ ਦਿੱਤਾ ਗਿਆ। ਠੀਕ ਹੈ ਜੀ। ਟੋਕੀਓ ਜਿਹੜੀ ਜਾਪਾਨ ਦੀ ਰਾਜਧਾਨੀ ਜਿਹੜੀ ਹੈ ਟੋਕੀਓ, ਤੇ ਇੱਥੇ ਦੇ ਹੁਣ ਨਵੇਂ PM ਬਣੇ ਨੇ। ਸ਼ਿੰਜੋ ਆਬੇ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਹੈਲਥ ਪ੍ਰੋਬਲਮ ਸੀ, ਉਹਨਾਂ ਨੇ ਆਪਣੇ ਆਪ ਹੀ ਰਿਜ਼ਾਈਨ ਦੇ ਦਿੱਤਾ ਹੈ। ਤੇ ਉਹਨਾਂ ਦੀ ਥਾਂ ਤੇ ਹੁਣ ਨਵੇਂ ਆ ਗਏ ਨੇ ਯੋਸ਼ੀਹਿਦੇ ਸੁਗਾ ਨਾਮ ਦੇ ਪਰਸਨ ਜਿਹੜੇ ਨੇ ਨਵੇਂ PM ਬਣੇ ਨੇ ਜਾਪਾਨ ਦੇ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਨੋਟ ਕਰ ਲਓ। ਉਸ ਤੋਂ ਬਾਅਦ ਇਹਦਾ ਇੱਕ ਕੁਐਸਚਨ ਬਹੁਤ ਹੀ ਆਉਂਦਾ ਪੇਪਰ ਦੇ ਵਿੱਚ, ਲੈਂਡ ਆਫ ਰਾਈਜ਼ਿੰਗ ਸਨ। ਧਰਤੀ ਦੇ ਉੱਪਰ ਸਭ ਤੋਂ ਪਹਿਲਾਂ ਸੂਰਜ ਕਿੱਥੇ ਨਿਕਲਦਾ ਜੀ? ਇਹ ਨਿਕਲਦਾ ਜੀ ਤੁਹਾਡਾ ਜਾਪਾਨ ਦੇ ਵਿੱਚ। ਠੀਕ ਹੈ ਜੀ। ਜਾਪਾਨ ਦੀ ਜਿਹੜੀ ਸਪੇਸ ਏਜੰਸੀ ਮੈਂ ਤੁਹਾਨੂੰ ਦੱਸ ਚੁੱਕਿਆ JAXA ਜਿਹੜੀ ਇਹਦੀ ਸਪੇਸ ਏਜੰਸੀ ਹੈ, ਇਹ ਵੀ ਤੁਸੀਂ ਨੋਟ ਕਰ ਲਓ। ਇਹਦੇ ਨਾਲ ਅਸੀਂ ਇੱਕ ਐਕਸਰਸਾਈਜ਼ ਕੀਤੀ ਸੀ ਜਿਹਦਾ ਨਾਮ ਸੀ GMAX ਜਾਪਾਨ ਇੰਡੀਆ ਮੈਰੀਟਾਈਮ ਐਕਸਰਸਾਈਜ਼। ਠੀਕ ਹੈ ਜੀ। ਇਹ ਵੀ ਤੁਸੀਂ ਨੋਟ ਕਰ ਲੈਣੀ ਹੈ। ਇਹਨਾਂ ਦੀ ਇੱਕ ਖਿਲਾੜੀ ਹੈ ਨੋਆਮੀ ਓਸਾਕਾ ਨੇ ਕੀ ਕੀਤਾ ਜੀ? ਨੋਆਮੀ ਓਸਾਕਾ ਜਿਹੜੀ ਫੋਰਬਸ ਦੀ ਲਿਸਟ ਆਈ ਹੈ, ਫੋਰਬਸ ਦੀ ਹੁਣੇ ਥੋੜ੍ਹੇ ਦਿਨ ਮੈਂ ਤੁਹਾਨੂੰ ਦੱਸਿਆ ਸੀਗਾ, ਸੋਫੀਆ ਵਰਜਰ ਸਭ ਤੋਂ ਪੇਡ ਐਕਟਰ ਜਿਹੜੀ ਹਾਈਐਸਟ ਪੇਡ ਐਕਟਰਸ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਜਿਹੜੇ CMO ਸੀਗੇ ਸਾਡੇ ਰਵੀ ਸਤਨਾਨਮ, ਤੇ ਇਸੇ ਤਰ੍ਹਾਂ ਹੀ ਫੋਰਬਸ ਦੇ ਵਿੱਚੋਂ ਇੱਕ ਪਲੇਅਰ, ਸਭ ਤੋਂ ਸਪੋਰਟਸ ਪਲੇਅਰ ਜਿਹਨੇ ਸਭ ਤੋਂ ਜ਼ਿਆਦਾ ਪੈਸੇ ਕਮਾਏ ਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ, ਨੋਆਮੀ ਓਸਾਕਾ ਜਿਹੜੀ ਜਾਪਾਨ ਦੀ ਪਲੇਅਰ ਹੈ ਟੈਨਿਸ ਦੀ, ਇਹ ਤੁਸੀਂ ਨੋਟ ਕਰ ਲੈਣਾ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ
ਇਹਨਾਂ ਨੇ ਜੀ ਹੁਣ USA ਓਪਨ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਸਿੰਗਲ ਟਾਈਟਲ ਜਿੱਤਣ ਵਾਲੀ ਵੀ ਇਹ ਪਲੇਅਰ ਹੁਣੇ ਬਣੀ ਹੈ, ਇਹ ਵੀ ਤੁਸੀਂ ਨੋਟ ਕਰ ਲੈਣਾ। ਠੀਕ ਹੈ ਜੀ। ਤੇ ਇਹਨਾਂ ਨੇ ਕੀ ਕੀਤਾ ਜੀ, ਇੱਕ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਜੀ ਹੈਨਲੇ ਪਾਸਪੋਰਟ ਆਇਆ ਸੀਗਾ। ਹੈਨਲੇ ਪਾਸਪੋਰਟ ਇੱਕ ਇੰਡੈਕਸ ਆਉਂਦਾ ਹੈ, ਸਾਡੇ ਵਿੱਚ 2 ਇੰਡੈਕਸ ਆਉਂਦੇ ਨੇ। ਇੱਕ ਹੈਨਲੇ ਪਾਸਪੋਰਟ ਇੰਡੈਕਸ ਦੇ ਵਿੱਚ ਸਭ ਤੋਂ ਮਜ਼ਬੂਤ ਪਾਸਪੋਰਟ ਜਿਹਦੇ ਵਿੱਚ ਜਿਹੜਾ ਟੌਪ ਕੀਤਾ ਜੀ ਜਾਪਾਨ ਨੇ। ਇਸ ਦੇ ਵਿੱਚ ਇੰਡੀਆ ਦੀ ਰੈਂਕਿੰਗ ਸੀਗੀ 84th ਨੰਬਰ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ ਜਾਪਾਨ ਦੀ, ਇਹ ਤੁਸੀਂ ਨੋਟ ਕਰ ਲੈਣਾ। ਤੇ ਜਾਪਾਨ ਤੋਂ ਅੱਜ ਲਗਭਗ ਮੇਰੇ ਹਿਸਾਬ ਨਾਲ ਸਾਰੇ ਤੁਹਾਡੇ ਕੁਐਸਚਨ ਕਲੀਅਰ ਹੋ ਗਏ ਹੋਣਗੇ। ਤੇ ਮੈਲਬੌਰਨ ਦੇ ਵਿੱਚ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਯਾਦ ਰੱਖਣਾ ਹੈ। ਸਭ ਤੋਂ ਪਹਿਲਾ ਜਿਹੜਾ ਮੈਚ ਹੈ ਉਹ ਇੱਥੇ ਹੋਇਆ ਸੀਗਾ ਆਸਟ੍ਰੇਲੀਆ ਤੇ ਇੰਗਲੈਂਡ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲੈਣਾ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ ਉੱਪਰ, ਵਿਚ ਰੇਲਵੇ ਸਟੇਸ਼ਨ ਵਾਸ ਦਾ ਰੀਨੇਮ ਐਜ਼ ਦਾ ਸਿਧਾਂਤ ਨਗਰ। ਸਿਧਾਂਤ ਕੀ ਸੀਗਾ ਜੀ, ਬੁੱਧ ਦਾ 올ਡ ਨੇਮ ਸੀਗਾ, ਬਚਪਨ ਦਾ ਨਾਮ ਸੀਗਾ ਸਿਧਾਂਤ। ਠੀਕ ਹੈ ਜੀ। ਤੇ ਉਹਨਾਂ ਦੇ ਨਾਮ ਦੇ ਉੱਪਰ ਹੁਣ ਕਿਹੜੇ ਰੇਲਵੇ ਸਟੇਸ਼ਨ ਦਾ ਨਾਮ ਬਦਲ ਦਿੱਤਾ ਗਿਆ, ਤਾਂ ਇਹ ਹੈਗਾ ਜੀ ਨੌਗੜ੍ਹ ਰੇਲਵੇ ਸਟੇਸ਼ਨ ਜਿਹੜਾ ਹੈਗਾ ਇਹਦਾ ਨਾਮ ਬਦਲ ਕੇ ਸਿਧਾਂਤ ਨਗਰ ਰੇਲਵੇ ਸਟੇਸ਼ਨ ਦਾ ਨਾਮ ਦਾ ਦਰਜਾ ਦੇ ਦਿੱਤਾ ਗਿਆ ਸਾਡੇ ਰੇਲਵੇ ਮਿਨਿਸਟਰ ਪਿਊਸ਼ ਗੋਇਲ ਦੇ ਦੁਆਰਾ ਇਹ ਕੀਤਾ ਗਿਆ ਜੀ। ਉਸ ਤੋਂ ਬਾਅਦ ਮੰਦੂ ਦੀ ਜਿਹੜਾ ਇਹ ਰੇਲਵੇ ਸਟੇਸ਼ਨ ਹੈ ਇਸ ਦਾ ਵੀ ਨਾਮ ਚੇਂਜ ਕਰਕੇ ਬਨਾਰਸ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ, ਇਹ ਵੀ ਤੁਸੀਂ ਨੋਟ ਕਰ ਲਓ। ਹੁਬਲੀ ਜਿਹੜਾ ਰੇਲਵੇ ਸਟੇਸ਼ਨ ਜਿਹੜਾ ਹੈਗਾ ਇਸ ਦਾ ਵੀ ਜਿਹੜਾ ਨਾਮ ਜਿਹੜਾ ਬਦਲ ਕੇ ਸ਼੍ਰੀ ਸਿੱਧਰੂਦਾ ਸਵਾਮੀ ਦੇ ਨਾਮ ਦੇ ਉੱਪਰ ਰੱਖਿਆ ਗਿਆ। ਇਹ ਹੁਬਲੀ ਜਿਹੜਾ ਨਾਮ ਹੈ ਇਹ ਹੁਬਲੀ ਨਹੀਂ ਹੈ, ਇਹ ਹੁਬਲੀ ਹੈ। ਇੱਥੇ ਇਹ ਕਰਨਾਟਕ ਦੇ ਵਿੱਚ ਇੱਕ ਪਲੇਸ ਹੈਗੀ ਹੈ ਜਿੱਥੇ ਇਹ ਵੀ ਤੁਸੀਂ ਨੋਟ ਕਰਕੇ ਚੱਲਣਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਲਾਹਾਬਾਦ ਜਿਹੜਾ ਰੇਲਵੇ ਸਟੇਸ਼ਨ ਹੈ ਇਹਦਾ ਨਾਮ ਬਦਲ ਕੇ ਜੀ ਪ੍ਰਯਾਗਰਾਜ ਇਹਦਾ ਰੇਲਵੇ ਸਟੇਸ਼ਨ ਦਾ ਨਾਮ ਰੱਖਿਆ ਗਿਆ, ਇਹ ਵੀ ਤੁਸੀਂ ਨੋਟ ਕਰ ਲਓ। ਆਈ ਹੋਪ ਕਿ ਮੈਂ ਦੁਬਾਰਾ ਨੋਟ ਕਰਦਾ, ਮੰਦੂਦਈ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਬਨਾਰਸ ਰੇਲਵੇ ਸਟੇਸ਼ਨ ਨਾਮ ਰੱਖਿਆ ਹੈ। ਹੁਬਲੀ ਦਾ ਨਾਮ ਹੈ ਸਿੱਧਰੂਦਾ ਸਵਾਮੀ ਰੇਲਵੇ ਸਟੇਸ਼ਨ, ਤੇ ਨੌਗੜ੍ਹ ਦਾ ਇਹ ਸਿਧਾਂਤ ਨਗਰ ਰੱਖ ਦਿੱਤਾ ਹੈ, ਇਲਾਹਾਬਾਦ ਦਾ ਪ੍ਰਯਾਗਰਾਜ। ਆਈ ਹੋਪ ਕਿ 4 ਕੁਐਸਚਨ ਕਲੀਅਰ ਹੋ ਗਏ ਨੇ। ਵਿਚ ਸਟੇਟ ਗੌਰਮੈਂਟ ਹੈਜ਼ ਸਟਾਰਟਿਡ ਦਾ ਡਿਜੀਟਲ ਸੇਵਾ ਬ੍ਰਿਜ ਨੂੰ ਸਟਾਰਟ ਕਰਨ ਵਾਲੀ ਇਹ ਕਿਹੜਾ ਹੁਣ ਸਟੇਟ ਬਣੀ ਹੈ, ਉਹ ਸਟੇਟ ਦੇ ਬਾਰੇ ਤੁਹਾਨੂੰ ਦੱਸਣਾ ਹੈ। ਇਹ ਸਟੇਟ ਜਿਹੜੀ ਬਣੀ ਹੈ ਜੀ ਇਹਦੇ ਬਾਰੇ ਪਹਿਲਾਂ ਸਮਝ ਲਓ ਕੀ ਹੁੰਦਾ ਹੈ। ਡਿਜੀਟਲ ਸੇਵਾ ਦੇ ਵਿੱਚ ਕੀ ਹੈ ਜੀ, ਸਾਡੀ ਇੱਕ ਸਕੀਮ ਚੱਲ ਰਹੀ ਹੈ ਭਾਰਤ ਨੈੱਟ 0.2 ਸਕੀਮ ਚੱਲ ਰਹੀ ਹੈ। ਇਹਦੇ ਵਿੱਚ ਅਸੀਂ 5 ਲੱਖ ਪੰਚਾਇਤਾਂ ਜਿਹੜੀਆਂ ਨੇ ਪੂਰੇ ਇੰਡੀਆ ਦੀ, ਇਸ ਨੂੰ ਅਸੀਂ ਕੀ ਕਰਨਾ ਹੈ, ਇੰਟਰਨੈਟ ਫੈਸਿਲਿਟੀਜ਼ ਪਹੁੰਚਾਉਣੀ ਹੈ। ਇਹਦੇ ਵਿੱਚ ਜਿਹੜਾ ਗੁਜਰਾਤ ਦੀ ਸਰਕਾਰ ਨੇ ਇਹ ਜਿਹੜੀ ਸੇਵਾ ਸਟਾਰਟ ਕੀਤੀ, ਜਿਹਦੇ ਵਿੱਚ ਸਾਰੀ ਜਿੰਨੀਆਂ ਵੀ ਪੰਚਾਇਤਾਂ ਗੁਜਰਾਤ ਦੇ ਵਿੱਚ ਨੇ ਉਹਨਾਂ ਤੱਕ ਸਾਰਿਆਂ ਤੱਕ ਜਿਹੜੀ ਡਿਜੀਟਲ ਜਿਹੜੀ ਸੇਵਾ ਇਹ ਪਹੁੰਚੇ। ਇਸ ਦੇ ਦੌਰਾਨ ਸਾਰੇ ਨੂੰ ਇੰਟਰਨੈਟ ਦੇ ਥਰੂ ਕਨੈਕਟ ਕੀਤਾ ਜਾਵੇ, ਇਸ ਦੇ ਥਰੂ ਇਹ ਕੀਤਾ ਗਿਆ ਗੁਜਰਾਤ ਦੀ ਸਰਕਾਰ ਦੇ ਦੁਆਰਾ। ਹੁਣ ਗੁਜਰਾਤ ਦੀ ਆਪਾਂ ਜੇ ਗੱਲ ਕਰੀਏ ਤਾਂ ਇਹ ਕੀ ਹੈ ਜੀ, ਗੁਜਰਾਤ ਦੇ ਵਿੱਚ ਜਿਹੜੇ ਇਹਦੀ ਰਾਜਧਾਨੀ ਹੈ ਗਾਂਧੀ ਨਗਰ ਇਹਦੀ ਰਾਜਧਾਨੀ ਹੈ। ਜਿਹੜਾ ਜੀ ਕੌਂਸਟੀਟੂਐਂਸੀ ਹੈਗੀ ਹੈ ਕਿਹਨਾਂ ਦੀ, ਅਮਿਤ ਸ਼ਾਹ ਜਿਹੜੇ ਸਾਡੇ ਹੋਮ ਮਿਨਿਸਟਰ ਨੇ। ਠੀਕ ਹੈ ਜੀ, ਗਾਂਧੀ ਨਗਰ। ਉਸ ਤੋਂ ਬਾਅਦ ਇਹ ਜਿਹੜਾ ਗਾਂਧੀ ਨਗਰ ਹੈ ਇਹ ਸਾਬਰਮਤੀ ਰਿਵਰ ਦੇ ਕੰਢੇ ਦੇ ਉੱਪਰ ਹੈਗਾ, ਸਾਬਰਮਤੀ ਨਦੀ ਦੇ ਕੰਢੇ ਤੇ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਜਿਹੜੇ CM ਨੇ ਉਹ ਹੈਗੇ ਨੇ ਵਿਜੇ ਰੂਪਾਨੀ, ਤੇ ਜਿਹੜੇ ਗਵਰਨਰ ਨੇ ਆਚਾਰਿਆ ਦੇਵਰਤ ਜਿਹੜੇ ਕੀ ਨੇ ਇਹ ਇਹਦੇ ਗਵਰਨਰ ਨੇ। ਠੀਕ ਹੈ ਜੀ। ਤੇ ਯੂਨੈਸਕੋ ਦੇ ਵਿੱਚ ਇੱਕ ਅਵਾਰਡ ਯੂਨੈਸਕੋ ਸਿਟੀ ਅਵਾਰਡ ਹੋਇਆ ਸੀ ਹੁਣੇ ਥੋੜ੍ਹੇ ਦਿਨ ਪਹਿਲਾਂ 2020 ਦਾ, ਉਹ ਜੀ ਸੂਰਤ ਜਿਹੜੀ ਸਿਟੀ ਹੈ, ਸੂਰਤ ਜਿਹੜਾ ਤਾਪੀ ਨਦੀ ਦੇ ਕੰਢੇ ਤੇ ਹੈ। ਤਾਪੀ ਨਦੀ ਦੇ ਕੰਢੇ ਤੇ ਸੂਰਤ ਜਿਹੜਾ ਸ਼ਹਿਰ ਹੈ ਜਿਹਨੂੰ ਆਪਾਂ ਡਾਇਮੰਡ ਸਿਟੀ ਵੀ ਬੋਲਦੇ ਹਾਂ, ਕਿਉਂਕਿ ਡਾਇਮੰਡ ਨੂੰ ਤਰਾਸ਼ਣ ਦਾ ਕੰਮ ਸਭ ਤੋਂ ਜ਼ਿਆਦਾ ਇੱਥੇ ਹੁੰਦਾ ਹੈ। ਤੇ ਇਹ ਜਿਹੜੇ ਸ਼ਹਿਰ ਨੂੰ ਆਪਾਂ ਯੂਨੈਸਕੋ ਸਿਟੀ ਦਾ ਦਰਜਾ ਹੁਣ ਅਵਾਰਡ ਜਿੱਤਿਆ ਇਸਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਮਹਿਲਾ ਕਲਿਆਣ ਯੋਜਨਾ ਜਿਹੜੀ ਹੈ ਇਹ ਵੀ ਹੁਣ ਇਹ ਸਟਾਰਟ ਕੀਤੀ ਸੀ ਇਹਨਾਂ ਨੇ। ਠੀਕ ਹੈ ਜੀ, ਇਹ ਵੀ ਤੁਸੀਂ ਨੋਟ ਕਰ ਲੈਣਾ। ਮੁੱਖ ਮੰਤਰੀ ਕਿਸਾਨ ਸਹਾਇਕ ਯੋਜਨਾ ਇਹ ਵੀ ਗੁਜਰਾਤ ਨੇ ਹੁਣੇ ਥੋੜ੍ਹੇ ਦਿਨ ਪਹਿਲਾਂ ਸਟਾਰਟ ਕੀਤੀ ਹੈ। ਠੀਕ ਹੈ ਜੀ। ਜਿਹੜੀ ਇਹਨਾਂ ਦੀ ਸਟੇਟ ਪੁਲਿਸ ਹੈ, ਸਟੇਟ ਪੁਲਿਸ ਨੂੰ ਟ੍ਰੈਜ਼ਰ ਗਨਸ ਜਿਹੜੀ ਹੈ ਇਹ ਪ੍ਰੋਵਾਈਡ ਕਰਵਾਉਣ ਵਾਲੀ ਪਹਿਲੀ ਸਟੇਟ ਬਣੀ ਹੈ ਇਹਨੇ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਇਸ ਨੂੰ ਤੁਸੀਂ ਨੋਟ ਕਰ ਲਿਆ ਜੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ ਸ਼ਹਿਦ ਪ੍ਰੀਖਣ ਹੁੰਦਾ ਹੈ, ਸ਼ਹਿਦ ਪ੍ਰੀਖਣ ਯੋਜਨਾ ਜਿਹੜੀ ਹੈ ਇਹਦਾ ਸਭ ਤੋਂ ਪਹਿਲੀ ਜਿਹੜੀ ਯੂਨੀਵਰਸਿਟੀ ਇੱਥੇ ਖੋਲ੍ਹੀ ਜਾ ਰਹੀ ਹੈ, ਇਹ ਵੀ ਕਿੱਥੇ, ਆਨੰਦ ਜ਼ਿਲ੍ਹਾ ਜਿਹੜਾ ਇਹਨਾਂ ਦਾ ਗੁਜਰਾਤ ਦੇ ਵਿੱਚ ਹੈਗਾ, ਉੱਥੇ ਇਹ ਜਿਹੜੀ ਹੈ ਆਨੰਦ ਜਿਹੜੀ ਸ਼ਹਿਦ ਪ੍ਰੀਖਣ ਪ੍ਰਯੋਗਸ਼ਾਲਾ ਜਿਹੜੀ ਖੋਲ੍ਹੀ ਜਾ ਰਹੀ ਹੈ ਇੰਡੀਆ ਦੀ ਪਹਿਲੀ। ਠੀਕ ਹੈ ਜੀ। ਜਿਹੜਾ ਦਿਊ ਸਟੇਟ ਹੈ, ਦਿਊ ਜਿਹੜਾ ਯੂਨੀਅਨ ਟੈਰੀਟਰੀ, ਜਿਹੜਾ ਦਮਨ ਐਂਡ ਦਿਊ ਨੂੰ ਹੁਣ ਤਾਂ ਕੰਬਾਈਨ ਕਰ ਦਿੱਤਾ ਗਿਆ। ਜਿਹੜਾ ਪਹਿਲਾਂ ਅਲੱਗ-ਅਲੱਗ ਯੂਟੀ ਹੁੰਦੀ ਸੀ, ਪਹਿਲਾਂ ਇਹ ਹੁੰਦਾ ਸੀ ਕਿਰਦਾ ਪਾਰਟ ਜੀ, ਇਹਦਾ ਪਾਰਟ ਹੁੰਦਾ ਸੀ ਗੁਜਰਾਤ ਦਾ। ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸਾਡੀ ਦੇਖੋ ਜੀ ਸਮੁੰਦਰ ਨਾਲ ਟੱਚ ਕਰਨ ਵਾਲੇ ਤਾਂ 9 ਸਟੇਟਾਂ ਨੇ। ਠੀਕ ਹੈ ਜੀ, ਇੱਧਰ 5 ਸਟੇਟਾਂ ਨੇ, ਇੱਧਰ ਵੈਸਟਰਨ ਘਾਟ ਵਾਲੇ ਪਾਸੇ 5 ਸਟੇਟਾਂ ਨੇ, 4 ਸਟੇਟਾਂ ਇੱਧਰ ਵੱਲ ਨੇ। ਤਾਂ ਟੋਟਲ 9 ਸਟੇਟਾਂ ਸਾਡੀਆਂ ਕੀ ਸਮੁੰਦਰ ਦੇ ਨਾਲ ਟੱਚ ਕਰਦੀਆਂ ਨੇ, ਜਿਹਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਬਾਉਂਡਰੀ ਜਿਹੜੀ ਸਮੁੰਦਰ ਨਾਲ ਟੱਚ ਕਰਦੀ ਹੈ ਉਹ ਹੈਗੀ ਗੁਜਰਾਤ ਦੀ।
ठीक है जी। तो कई बार पूछा जा सकता है मैंग्रोव वनस्पति सब तो ज़्यादा कित्थे पाई जाती है, ये भी तुसी याद रखना है। मैंग्रोव वनस्पति वैस्ट बंगाल दे विच पाई जाती है, उस तो बाद गुजरात दे विच। गुजरात दे विच एक क्वेश्चन होर आ सकता है, गिर नैशनल पार्क। गिर नैशनल पार्क जिहड़ा है वो भी गुजरात दे विच है। काहदे लई फेमस है? इंडियन लॉयंस वास्ते। बब्बर शेर सिर्फ इंडिया पूरे एशिया दे विच एक थां ते पाए जांदे ने, गिर दी पहाड़ियां दे विच। आई होप कि तुहानूं इन्ना सारा कुछ जिहड़ा मैं डाटा दस्सिया तुसी समझ गए होंगे। उस तो बाद आपां नैक्सट चलते हैं। हू इज़ अपॉइंटेड एज द डायरैक्टर जनरल ऑफ सिविल एविएशन बॉर्डर सिक्योरिटी ब्यूरो। ये जिहड़ा बोर्ड है इस दे नवें जिहड़े निदेशक किहड़े बने ने, तो ये बने ने जी, ये तुसी याद कर लो, ये बने ने MA गणपति जिहड़े इहदे नवें निदेशक बने ने। सिविल एविएशन सिक्योरिटी बोर्ड जिहड़ा ये जिहड़ा ब्यूरो है इस दे ये बने ने, ठीक है जी। तो ये जिहड़े M लक्ष्मी जिहड़े हैगे ने, इन्हां दे बारे मैं दस जिहड़े M लक्ष्मी जिहड़ी साडी तमिलनाडु दे एकमात्र जिहड़ी ही एंबूलेंस ड्राइवर जिहड़ी बनी हुण ते M लक्ष्मी हैगी है, इसका नाम तुसी नोट करके रखना है। तो उस तो बाद जिहड़े सुरेश चंद्रा शर्मा जिहड़े हैगे ने, ये तुहानूं पता है जी, हुणे इंडिया ने पार्लीमेंट ने नैशनल मैडिसन कमीशन बनाया इंडिया ने, उस दे पहले निदेशक बने ने सुरेश चंद्रा। एक क्वेश्चन बहुत ही ज़्यादा इंपॉर्टेंट है। ते राकेश अस्थाना ये साडी बॉर्डर सिक्योरिटी फोर्स जिहड़ी है उस दे निदेशक बने ने। आई होप कि तुहानूं चारे ऑप्शन क्लीयर हो गईयां होणगीਆਂ। उस तो बाद लास्ट क्वेश्चन इज द हू हैज़ चूजन फॉर द 2020 कैमिस्ट्री नोबल प्राइज़ तुहानूं पता है जी, स्टॉकहोम ते ओस्लो तो दिते जांदे ने। पहले मैडिसिन दे विच दिते गए, फिर फिजिक्स दे विच दिते गए, हुण कैमिस्ट्री दे विच 2 पर्सन नूं मिलिਆ। ਇਹਦੇ ਵਿੱਚ जैनिफर डोडूना ते इमैनुअल चारपेन, ये 2 पर्सन हैगे ने, वूमेंस हैगियां ने दोने। इन्हां ने की कीता जी, इन्हां ने जीनोम ਜਿਹੜੇ ਹੁੰਦੇ ਨੇ जीनोम एक नवीं टैक्नोलॉजी जीनोम टैक्नोलॉजी ਦੇ ਵਿੱਚ ਸੁਧਾਰ ਵਾਸਤੇ ਇਹਨਾਂ ਨੂੰ ਜੀ ਇਹ ਅਵਾਰਡ ਦਿੱਤਾ ਗਿਆ। ਇਹ ਤੁਸੀਂ ਨੋਟ ਕਰ ਲੈਣਾ, ਠੀਕ ਹੈ ਜੀ। ਨੋਬਲ ਪ੍ਰਾਈਜ਼ ਦੇ ਵਿੱਚ ਜਿਹੜੀ ਸੈਲਰੀ ਹੈ $9 ਮਿਲੀਅਨ ਜਿਹੜਾ ਕਰਾਉਣ ਤੋਂ ਵਧਾ ਕੇ 10 ਕਰੋੜ ਕਰ ਦਿੱਤਾ ਗਿਆ, ਇਹ ਵੀ ਤੁਸੀਂ ਨੋਟ ਕਰ ਲੈਣੇ ਆ। ਇਸ ਤੋਂ ਪਹਿਲਾਂ ਮੈਂ ਫਿਜ਼ਿਕਸ ਦੇ ਵਿੱਚ ਤੁਹਾਨੂੰ ਦੱਸੇ ਸੀ ਕਿਹੜੇ ਸੀ। ਰੋਜਰ ਪੈਨਰੋਜ਼ ਇਹ ਸੀਗੇ 1% ਰੋਜਰ ਪੈਨਰੋਜ਼। ਰੇਨਹਾਰਡ ਗੈਂਜ਼ਲ ਇੱਕ ਨਾਮ ਜਿਹੜੀ ਕੁੜੀ ਸੀ, ਤੇ ਇੱਕ ਸੀਗੀ ਜੀ ਐਂਡਰੀਆ ਗੇਜ਼। ਇਹ 3% ਸੀਗੇ ਜਿਹੜੇ ਫਿਜ਼ਿਕਸ ਦੇ ਵਿੱਚ ਜਿਨ੍ਹਾਂ ਨੂੰ ਪ੍ਰਾਈਜ਼ ਮਿਲਿਆ ਸੀਗਾ। ਤੇ ਉਸ ਤੋਂ ਬਾਅਦ ਹਾਰਵੀ ਐਲਟਰ ਮਾਈਕਲ ਹਿਊਟਨ ਤੇ ਚਾਰਲਸ ਰਾਈਸ, ਇਹ 3% ਸੀਗੇ ਜਿਨ੍ਹਾਂ ਨੂੰ ਮੈਡੀਕਲ ਦੇ ਵਿੱਚ ਅਵਾਰਡ ਮਿਲਿਆ ਸੀ ਹੈਪੇਟਾਈਟਸ ਵਾਇਰਸ ਦੀ ਖੋਜ ਕਰਨ ਵਾਸਤੇ। ਉਸ ਤੋਂ ਬਾਅਦ ਇਹ ਨੋਬਲ ਪ੍ਰਾਈਜ਼ ਦੇ ਉੱਪਰ ਇੱਕ ਸਪੈਸ਼ਲ ਵੀਡੀਓ ਆਏਗਾ, ਤੁਹਾਨੂੰ ਇਹ ਵੀਡੀਓ ਤੁਹਾਨੂੰ ਸੰਡੇ ਨੂੰ ਮਿਲੂਗਾ। ਇਸ ਸੰਡੇ ਨੂੰ ਤੁਹਾਨੂੰ ਇਹ ਵੀਡੀਓ ਮਿਲ ਜਾਏਗਾ ਪ੍ਰੋਪਰ, ਕਿਉਂਕਿ ਸਾਰੇ ਹਜੇ ਅਨਾਉਂਸਮੈਂਟ ਹੋ ਰਹੀ ਹੈ, ਜਿਸ ਕਰਕੇ ਤੁਹਾਨੂੰ ਇਹ ਅਵਾਰਡ ਸਾਰੇ डिटेल ਦੇ ਵਿੱਚ ਕਰਵਾ ਦਿੱਤਾ ਜਾਏਗਾ। ਇਸ ਦੀ ਜਿਹੜੀ PDF ਹੈ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ ਬਾਕਸ ਟੈਲੀਗ੍ਰਾਮ ਬਾਕਸ ਦੇ ਉੱਪਰ WhatsApp ਗਰੁੱਪਸ ਦੇ ਵਿੱਚ ਤੁਹਾਨੂੰ ਇਹ ਜਿਹੜੀ ਕੁਐਸਚਨਾਂ ਦੀ PDF ਹੈ ਤੁਹਾਨੂੰ ਮਿਲ ਜਾਵੇਗੀ। ਉੱਥੇ ਤੁਸੀਂ ਇਹ ਕੁਐਸਚਨ ਲਗਾ ਸਕਦੇ ਹੋ। ਤੁਹਾਡੇ ਵਾਸਤੇ ਸਾਰਿਆਂ ਵਾਸਤੇ ਇੱਕ ਕੁਐਸਚਨ ਮੈਂ ਛੱਡ ਕੇ ਜਾ ਰਿਹਾ ਜੀ। ਇਸ ਦਾ ਕੁਐਸਚਨ ਮੈਂ ਆਉਣ ਵਾਲੇ ਕੱਲ ਦੇ ਵੀਡੀਓਜ਼ ਦੇ ਵਿੱਚ ਦੱਸੂਗਾ। ਇਹਦੇ ਵਿੱਚ ਸਾਡੇ ਪੰਜਾਬ GK ਦਾ ਇੱਕ ਕੁਐਸਚਨ ਹੈ। ਇਸ ਦੇ ਵਿੱਚ ਤੁਸੀਂ ਆਈ ਹੋਪ ਕਿ ਤੁਸੀਂ ਜਾ ਕੇ ਕਮਿਊਨਿਟੀ ਟੈਗ ਦੇ ਉੱਪਰ ਜਾ ਕੇ ਸਾਨੂੰ ਇਹ ਕੁਐਸਚਨ ਜ਼ਰੂਰ ਦੱਸੋਗੇ ਇਹਦਾ ਕੀ ਆਨਸਰ ਹੈ। ਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਵਸਾਏ ਗਏ ਨਗਰ ਤੁਹਾਨੂੰ ਪਤਾ ਜੀ ਅਨੰਦਪੁਰ ਸਾਹਿਬ। ਮੈਂ ਪਿਛਲੇ ਵੀ ਲੈਕਚਰ 'ਚ ਦੱਸ ਚੁੱਕਿਆ ਤੁਹਾਨੂੰ। ਅਨੰਦਪੁਰ ਸਾਹਿਬ ਜਿਹੜਾ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਸਾਡੇ 9ਵੇਂ ਗੁਰੂ ਪਾਤਸ਼ਾਹ ਜੀ ਨੇ ਵਸਾਇਆ ਸੀਗਾ ਇਹ ਸ਼ਹਿਰ। ਤੇ ਇਹਦਾ ਪਹਿਲਾ ਨਾਮ ਕੀ ਸੀਗਾ? ਰਾਮਦਾਸਪੁਰ ਚੱਕ ਨਾਨਕੀ ਜਾਂ ਪਤਾ ਹੀ ਨਹੀਂ। ਇਹ ਚਾਰੇ ਆਪਸ਼ਨ ਹੈ ਸਾਡੇ ਕਮਿਊਨਿਟੀ ਟੈਗ ਦੇ ਵਿੱਚ ਉਹਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਇਹ ਦੱਸੋਗੇ। ਆਈ ਹੋਪ ਕਿ ਮੈਂ ਤੁਹਾਡੇ ਆਨਸਰ ਦਾ ਵੇਟ ਕਰੂੰਗਾ। ਤੇ ਪਲੀਜ਼ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਤੁਸੀਂ ਸਾਨੂੰ ਮੋਟੀਵੇਟ ਕਰ ਸਕਦੇ ਹੋ ਸਿਰਫ ਇੱਕ ਲਾਈਕ ਦਾ ਬਟਨ ਦਬਾ ਕੇ, ਤਾਂ ਕਿ ਮੈਨੂੰ ਵੀ ਇਸ ਚੀਜ਼ ਦਾ ਮੋਟੀਵੇਸ਼ਨ ਮਿਲੂਗੀ ਤੇ ਮੈਂ ਹੋਰ ਇਸ ਤੋਂ ਵਧੀਆ ਬੈਸਟ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਲਰਨਿੰਗ ਇਜ਼ ਪ੍ਰਾਈਸਲੈਸ ਹੈ। ਸਿੱਖਣਾ ਸਾਰਿਆਂ ਤੋਂ ਚਾਹੀਦਾ ਹੈ। ਸਾਰੇ ਟੀਚਰ ਵਧੀਆ ਨੇ, ਕਿੱਥੋਂ ਮਰਜ਼ੀ ਕਰੋ, ਪਰ ਆਪਣੀ ਜਿਹੜੀ ਨੌਲੇਜ ਹੈ ਹਮੇਸ਼ਾ ਲਰਨਿੰਗ ਐਟੀਟਿਊਡ ਰੱਖੋ, ਠੀਕ ਹੈ ਜੀ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਹੈਪੀ ਲਰਨਿੰਗ ਟੂ ਆਲ। ਥੈਂਕ ਯੂ ਫॉर ਮਾਈ ਲੈਕਚਰਸ। ਹੈਪੀ ਲਰਨਿੰਗ ਟੂ ਆਲ। ਹੈਵ ਅ ਨਾਈਸ ਡੇ ਟੂ।